ਝਿਜਕ ਸੀ ਕਿਸੇ ਤਰ੍ਹਾਂ ਦੀ ਜਦੋਂ ਤੁਸੀਂ ਪਹਿਲੀ ਵਾਰ ਗ੍ਰਸਤੀ ਵਾਲੇ ਟੌਪਿਕ ਦੇ ਉੱਤੇ ਆਪਣੇ ਬੇਟੇ ਨਾਲ ਗੱਲਬਾਤ ਕੀਤੀ? ਫਰੂਕੀ ਸਾਹਿਬ ਦੇਖੋ, ਜਦੋਂ ਆਪਾਂ ਸੈਕਸ ਦੀ ਗੱਲ ਕਰਦੇ ਹਾਂ ਅੱਜ ਦੇ ਟਾਈਮ ਦੇ ਵਿੱਚ, ਜੇ ਮੈਂ ਉਸ ਟਾਈਮ ਦੀ ਗੱਲ ਕਰਾਂ ਤਾਂ ਮੇਰੇ ਫਾਦਰ ਸਾਹਿਬ ਨੇ ਆਪ ਹੀ ਕਹਿਤਾ ਸੀ ਵੀ ਬੇਟਾ, ਜਿਸ ਦਿਨ ਨਾਈਟਫਾਲ ਵਰਗੀ ਸਿਚੁਏਸ਼ਨ ਕ੍ਰੀਏਟ ਹੁੰਦੀ ਆ, ਉਹ ਇੱਕ ਨੈਚੁਰਲ ਫਿਨੋਮੀਨਾ ਤੁਸੀਂ ਮੇਰੇ ਨਾਲ ਸ਼ੇਅਰ ਕਰਨੀ ਆ ਰਾਦਰ ਦੈਨ ਕਿਸੇ ਹੋਰ ਕੋਲੇ ਜਾਣ। ਮੇਰੇ ਦਾਦਾ ਜੀ ਨੇ ਪਾਲਿਆ ਔਰ ਉਹਨਾਂ ਨੇ ਆਪਣੇ ਛੋਟੇ ਨਾਜ਼ੁਕ ਕਲੀਆਂ ਵਾਂਗੂ ਸਮਝਿਆ ਉਹਨਾਂ ਨੇ, ਕਿਉਂਕਿ ਮੇਰੀ ਦੂਸਰੀ ਪੀੜ੍ਹੀ 'ਚ ਸੀਗਾ, ਮੇਰੇ ਫਾਦਰ ਤੋਂ ਬਾਅਦ ਸੀਗਾ ਮੈਂ। ਔਰ ਬੜੇ ਵੱਡੇ ਡੂੰਘੇ ਤਜਰਬੇ ਉਹਨਾਂ ਨੇ ਮੈਨੂੰ ਜ਼ਿੰਦਗੀ ਦੇ ਦੱਸੇ, ਜਿਨ੍ਹਾਂ ਕਰਕੇ ਮੈਨੂੰ ਇਹ ਲੱਗਣ ਲੱਗ ਗਿਆ ਵੀ ਮੈਂ ਜੇ ਇਹਨਾਂ ਦੀ ਉਂਗਲ ਫੜ ਕੇ ਚੱਲੂੰਗਾ। ਔਰ ਮੈਂ ਰੋਲ ਮਾਡਲ ਆਪਣੇ ਦਾਦਾ ਜੀ ਨੂੰ ਧਾਰਿਆ। ਉਹ ਜਿਹੜੇ ਅੱਜ ਕੱਲ੍ਹ ਦੇ ਯੰਗਸਟਰਸ ਨੇ ਉਹ ਤਾਂ ਕਹਿੰਦੇ ਨੇ ਕਿ ਜੀ ਸਾਡੇ ਫਾਦਰ ਤਾਂ ਸਾਡਾ ਸਮਝ ਲਓ ਵੀ ਕੋਈ ਗੱਲ ਕਰਤੀ ਤੇ ਪੂਰੇ ਪਿੰਡ ਨੂੰ ਪਤਾ ਲੱਗ ਜੂ ਜੇ ਸਾਡੇ ਫਾਦਰ ਸਾਹਿਬ ਕੋਲ ਕੋਈ ਗੱਲ ਕਰਤੀ, ਤੇ ਉਹ ਆਪਣੇ ਫਾਦਰ ਨਾਲੋਂ ਜਿਹੜਾ ਭਰੋਸਾ ਹੈ ਜਿਹੜਾ ਉਹ ਆਪਣੇ ਕੰਪੈਰੀਟਿਵਲੀ ਆਪਣੇ ਦੋਸਤਾਂ ਦੇ ਉੱਤੇ ਜ਼ਿਆਦਾ ਕਰ ਰਹੇ ਨੇ, ਤੇ ਫਿਰ ਉਹਦਾ ਖਮਿਆਜ਼ਾ ਕਿਤੇ ਨਾ ਕਿਤੇ ਭੁਗਤਣਾ ਪੈਂਦਾ ਆਉਣ ਵਾਲੀ ਲਾਈਫ 'ਚ। ਇਹ ਜਿਹੜਾ ਰਿਸ਼ਤਾ ਹੈਗਾ, ਜਿਹੜੀ ਬੌਂਡਿੰਗ ਹੈਗੀ ਹੈ, ਇਹਨੂੰ ਬੈਲੈਂਸ ਕਿਵੇਂ ਕੀਤਾ ਜਾਵੇ? ਕੀ ਤੁਹਾਡੇ ਕੋਲ ਤੁਸੀਂ ਕਿਸ ਤਰੀਕੇ ਨਾਲ ਬੈਲੈਂਸ ਕੀਤਾ ਆਪਣਾ ਸਾਰਾ ਪਰਿਵਾਰ? ਔਰ ਇਹ ਵੀ ਦੱਸੋ ਨਾਲੋਂ ਨਾਲ ਕਿ ਅਗਰ ਅਸੀਂ ਬੈਲੈਂਸ ਕਰ ਲੈਂਦੇ ਹਾਂ ਤਾਂ ਉਹਦੇ ਫਿਰ ਫਾਇਦੇ ਕੀ? ਵੀ ਜੇਕਰ ਮੇਰੇ ਫਾਦਰ ਸਾਹਿਬ ਮੈਨੂੰ ਇਹ ਗੱਲਾਂ ਜ਼ਿੰਦਗੀ ਦਾ ਇਹ ਫਲਸਫਾ ਨਾ ਸਮਝਾਉਂਦੇ ਤਾਂ ਹੋ ਸਕਦਾ ਤੁਸੀਂ ਬਾਹਰ ਗਏ ਸੀ, ਇੱਥੇ ਵੀ ਤੁਸੀਂ ਵਿਚਰਦੇ ਹੋ ਤਾਂ ਬਹੁਤ ਵੱਡੀਆਂ ਸਮੱਸਿਆਵਾਂ ਨਾਲ ਤੁਸੀਂ ਜਿਹੜੇ ਰੂਬਰੂ ਹੋ ਸਕਦੇ ਸੀ। ਲੋਕ ਵਿਰੋਧ ਕਰਦੇ ਆ। ਵੈਸੇ ਸਾਹਿਬ, ਤੁਸੀਂ ਹੱਥਰਸੀ ਦੀ ਗੱਲ ਕਰਦੇ ਹੋ, ਤੇ ਹੱਥਰਸੀ ਮੈਂ ਲੋਕਾਂ ਨੂੰ ਕਹਿੰਦਾ ਵੀ ਕਰੋ, ਮੈਂ ਲੋਕਾਂ ਨੂੰ ਕਹਿੰਦਾ ਸੁਪਨਦੋਸ਼ ਹੋਣ ਦਿਓ। ਜੇ ਤੁਸੀਂ ਹੱਥਰਸੀ ਕਰੋਗੇ ਤਾਂ ਮੇਰੇ ਕੋਲ ਤਾਂ ਗਾਹਕ ਹੋਰ ਵਧਣਗੇ। ਦਵਾਈ ਤਾਂ ਮੇਰੇ ਤੋਂ ਨਹੀਂ ਲਓਗੇ, ਮੇਰੇ ਕਿਸੇ ਦੋਸਤ ਮਿੱਤਰ ਕਿਸੇ ਵੈਦ ਤੋਂ ਡਾਕਟਰ ਤੋਂ ਲਓਗੇ। ਪਰ ਰੌਲਾ ਤਾਂ ਇਸ ਗੱਲ ਦਾ ਵੀ ਤੁਸੀਂ ਹੱਥਰਸੀ ਕਰਕੇ ਕਿਸੇ ਵੈਦ ਦੀ ਤੁਹਾਨੂੰ ਲੋੜ ਹੀ ਕਿਉਂ ਪਵੇ। ਇੱਥੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਤੁਹਾਨੂੰ ਆ ਕੇ ਮਿਲਦੇ ਨੇ, ਤੁਹਾਨੂੰ ਜ਼ਿੰਦਗੀ ਦਾ ਫਲਸਫਾ ਸਮਝਾਉਣ ਵਾਸਤੇ ਤੁਹਾਡੇ ਨਾਲ ਗੱਲਬਾਤ ਉਹ ਕਰਵਾਉਂਦੇ ਨੇ, ਉਹਨਾਂ ਦੀਆਂ ਸਮੱਸਿਆਵਾਂ ਤੁਸੀਂ ਇੱਥੇ ਸੁਣਦੇ ਹੋ, ਡਾਕਟਰ ਸਾਹਿਬ ਨਾਲ ਵੀ ਬੈਠ ਕੇ ਗੱਲ ਕਰਦੇ ਹੋ ਨਾ, ਤੇ ਕੀ ਚੱਲ ਰਿਹਾ ਅੱਜ ਕੱਲ੍ਹ ਦੇ ਯੰਗਸਟਰਸ ਤੁਹਾਨੂੰ ਕਿੱਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਨੇ? ਕਿ ਜਦੋਂ ਬੱਚੇ ਨੂੰ ਪਹਿਲੇ ਦਿਨ ਤੋਂ ਲੈ ਕੇ ਵੱਡਾ ਕਰਨ ਤੱਕ ਤਾਂ ਅਸੀਂ ਸੋਝੀ ਦੇਤੀ, ਪੈਸੇ ਉਧਾਰ ਨਹੀਂ ਦੇਣੇ ਪਤਾ ਲੱਗ ਗਿਆ, ਚਾਚੇ ਤਾਇਆਂ ਦਾ ਪਤਾ ਲੱਗ ਗਿਆ, ਸ਼ਰੀਕ ਦਾ ਪਤਾ ਲੱਗ ਗਿਆ, ਪੈਸੇ ਸੰਭਾਲਣ ਦਾ ਪਤਾ ਲੱਗ ਗਿਆ, ਰਿਸ਼ਤੇਦਾਰੀਆਂ ਦਾ ਪਤਾ ਲੱਗ ਗਿਆ। ਫਿਰ ਐਜੂਕੇਸ਼ਨ ਜਿਹੜੀ ਸੈਕਸ ਵਾਲੀ ਦੇਣੀ ਸੀ ਉਹ ਗੁਆਂਢੀਆਂ ਨੇ ਦੇਣੀ ਹੈ। ਜਦੋਂ ਮੇਰੇ ਤੋਂ ਗਲਤੀ ਹੋ ਗਈ, ਮੈਂ ਸਮਝ ਜਾਂ ਵੀ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਨਹੀਂ ਪਤਾ, ਮੈਂ ਆਪਦੇ ਕਿਸੇ ਸਿਆਣੇ ਤੋਂ, ਆਪਦੇ ਪੇਰੈਂਟਸ ਤੋਂ ਇੱਕ ਰਾਏ ਲੈ ਲਾ, ਮੈਨੂੰ ਸਹੀ ਰਾਹ ਪਾ ਦੇਣਗੇ ਮੇਰੇ ਵੈਲ ਵਿਸ਼ਰਸ ਨੇ, ਰਾਦਰ ਦੈਨ ਉਹ ਦੋਸਤਾਂ ਤੇ ਜਿਨ੍ਹਾਂ ਨੇ ਮੇਰੇ ਨੈਗੇਟਿਵ ਪੁਆਇੰਟਸ ਇਕੱਠੇ ਕਰਨੇ। ਮੌਕਾ ਆਏ ਤੇ ਮੈਨੂੰ ਡਿਪਰੈਸ਼ਨ 'ਚ ਪਾਉਣ ਲੱਗੇ, ਉਹਨਾਂ ਕੋਲੇ ਸਿੱਧੀ ਗੋਲੀ ਆ ਵੀ ਇਹਨੂੰ ਆਹ ਗੱਲਾਂ ਕਰੋ ਤੇ ਇਹਨੂੰ ਬੱਚੇ ਨੂੰ ਕਿੱਦਾਂ ਖਿੱਚ ਲੈਣਾ। ਜਦੋਂ ਤੁਸੀਂ 2 ਮਹੀਨੇ 4 ਮਹੀਨੇ ਬਾਅਦ ਸੈਕਸ ਕਰਨਾ ਹੈ ਤਾਂ ਨੈਚੁਰਲ ਗੱਲ ਹੈ ਵੀ ਤੁਹਾਡਾ ਟਾਈਮ ਲੱਗਣਾ ਹੀ ਨਹੀਂਗਾ। ਹੁਣ ਤੁਹਾਡਾ ਨਹੀਂ ਟਾਈਮ ਲੱਗਿਆ ਤੇ ਉਹ ਲੜਕੀ ਨੇ ਜਾਂ ਜਨਾਨੀ ਨੇ ਤੁਹਾਨੂੰ ਇਹ ਗੱਲ ਕਹਿਤੀ ਵੀ ਤੇਰੇ ਤੋਂ ਹੁੰਦਾ ਕੁਛ ਨਹੀਂ। ਜਿਹੜਾ ਥਾਟ ਉਸ ਬੱਚੇ ਦੇ ਦਿਮਾਗ ਦੇ ਵਿੱਚ ਫਿੱਟ ਕਰਤਾ, ਉਹ ਵਾਸ਼ ਕਿਵੇਂ ਹੋਊਗਾ ਜੀ? ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਾਸਿਫ ਫਾਰੂਕੀ। ਕੁਝ ਦਿਨ ਪਹਿਲਾਂ ਅਸੀਂ ਵੈਦ ਜਗਦੀਪ ਸਿੰਘ ਹੋਰਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕਿਸ ਤਰੀਕੇ ਨਾਲ ਜਿਹੜੀਆਂ ਹਵਾਵਾਂ ਨੇ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਉਹ ਮਾੜੀਆਂ ਹਵਾਵਾਂ ਚੱਲ ਰਹੀਆਂ ਨੇ, ਉਹਨਾਂ ਹਵਾਵਾਂ ਕਰਕੇ ਅਸੀਂ ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ, ਖਾਸ ਕਰਕੇ ਗ੍ਰਸਤੀ ਵਾਲੇ ਪੱਧਰ ਤੋਂ ਕਮਜ਼ੋਰ ਹੁੰਦੇ ਜਾ ਰਹੇ ਹਾਂ। ਉਹਨਾਂ ਨੇ ਦਾਅਵਾ ਕੀਤਾ ਸੀ, ਉਹਨਾਂ ਨੇ ਕਈ ਗੱਲਾਂ ਕੀਤੀਆਂ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਲੱਗਦੀ ਹੈ, ਚਾਹੇ ਉਹ ਗ੍ਰਸਤੀ ਨਾਲ ਸੰਬੰਧਿਤ ਹੋਵੇ ਜਾਂ ਫਿਰ ਕੋਈ ਹੋਰ ਹੋਵੇ, ਜਦੋਂ ਤੱਕ ਅਸੀਂ ਆਪਣੇ ਪਿਤਾ ਨੂੰ ਆਪਣਾ ਚੰਗਾ ਦੋਸਤ ਨਹੀਂ ਬਣਾ ਲੈਂਦੇ, ਉਦੋਂ ਤੱਕ ਉਹ ਬਿਮਾਰੀਆਂ ਦਾ ਜਿਹੜਾ ਹੱਲ ਹੈ ਉਹ ਨਹੀਂ ਹੋ ਸਕਦੇ। ਉਸ ਤੋਂ ਬਾਅਦ ਸਵਾਲ ਮੈਂ ਵੈਦ ਜੀ ਨੂੰ ਕੀਤਾ ਸੀ ਕਿ ਵੈਦ ਜੀ, ਤੁਸੀਂ ਕਹਿ ਰਹੇ ਹੋ ਕਿ ਅਜੋਕੇ ਵੇਲੇ ਪਿਤਾ ਨੂੰ ਜਿਹੜਾ ਪਿਤਾ ਬਣ ਕੇ ਦੋਸਤ ਬਣਨਾ ਚਾਹੀਦਾ, ਤਾਂ ਅੱਜ ਕੱਲ੍ਹ ਦੀ ਦੁਨੀਆ ਜਿਹੜੀ ਤੁਹਾਡੇ ਬੱਚੇ ਨੂੰ ਰਾਹ ਦੇਗੀ, ਤੁਹਾਡੀ ਔਲਾਦ ਨੂੰ ਰਾਹ ਦੇਗੀ, ਔਰ ਤੁਹਾਡਾ ਬੱਚਾ ਤੁਹਾਡੇ ਨਾਲ ਕੰਫਰਟੇਬਲ ਰਹੇਗਾ, ਹਰ ਇੱਕ ਗੱਲਬਾਤ ਕਰੇਗਾ। ਸਾਡੀ ਜਿਹੜੀ ਕਮਜ਼ੋਰੀ ਹੈ ਉਹ ਇਹ ਹੈ ਕਿ ਅਸੀਂ ਦੋਸਤ ਬਣ ਕੇ ਪਿਤਾ ਬਣ ਜਾਂਦੇ ਹਾਂ। ਸੋ ਅਜਿਹੇ ਦੇ ਵਿੱਚ ਵੈਦ ਜਗਦੀਪ ਸਿੰਘ ਹੋਰਾਂ ਨੇ ਆਪਣੇ ਬੇਟੇ ਨਾਲ ਕਿਹੋ ਜਿਹੀਆਂ ਗੱਲਾਂ ਕੀਤੀਆਂ ਨੇ, ਕਿਹੋ ਜਿਹੇ ਉਹਨਾਂ ਦੇ ਤਜਰਬੇ ਨੇ, ਕਿਉਂਕਿ ਉਹ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਜਿਹੜਾ ਸਾਡਾ ਸਵਾਲ ਹੈਗਾ, ਸਾਡਾ ਕੋਈ ਮੁਸੀਬਤ ਪੈਂਦੀ ਹੈ ਤਾਂ ਪਿਓ ਹੈ ਜਿਹੜਾ ਸਾਡਾ ਸਭ ਤੋਂ ਵੱਡਾ ਦੁਨੀਆ ਦੇ ਵਿੱਚ ਰੱਬ ਤੋਂ ਬਾਅਦ ਸਾਥੀ ਹੁੰਦਾ। ਅਜਿਹੇ ਦੇ ਵਿੱਚ ਉਹਨਾਂ ਦਾ ਆਪਣੇ ਬੱਚਿਆਂ ਦੀ ਪਰਵਰਿਸ਼ ਕਿਵੇਂ ਕੀਤੀ, ਜਿਹੜੀ ਸੈਕਸ ਐਜੂਕੇਸ਼ਨ ਦੀ ਉਹ ਗੱਲ ਕਰਦੇ ਨੇ, ਬੱਚਿਆਂ ਤੱਕ ਸੈਕਸ ਐਜੂਕੇਸ਼ਨ ਕਿਵੇਂ ਪਹੁੰਚਾਈ, ਅੱਜ ਉਹਨਾਂ ਨਾਲ ਗੱਲਬਾਤ ਅਸੀਂ ਕਰਾਵਾਂਗੇ। ਮੇਰੇ ਸੱਜੇ ਪਾਸੇ
ਉਹਨਾਂ ਦਾ ਬੇਟਾ ਜਿਹੜਾ ਤਰਨਪ੍ਰੀਤ ਸਿੰਘ ਉਰਫ ਜੋਧਾ ਬੈਠਾ ਹੈ ਔਰ ਦੂਸਰੇ ਪਾਸੇ ਵੈਦ ਜਗਦੀਪ ਜੀ ਬੈਠੇ ਨੇ। ਅੱਜ ਬੜੀ ਇੰਟਰਸਟਿੰਗ ਗੱਲਬਾਤ ਹੋਏਗੀ ਕਿ ਕਿਸ ਤਰੀਕੇ ਨਾਲ ਜਿਹੜੀ ਵੈਦ ਜੀ ਨੇ ਯੋਧੇ ਹੋਰਾਂ ਨੂੰ ਆਉਣ ਵਾਲੀ ਜ਼ਿੰਦਗੀ ਦੀ ਜਾਂਚ ਸਿਖਾਈ ਔਰ ਬਿਮਾਰੀਆਂ ਤੋਂ ਖਾਸ ਕਰਕੇ ਜਿਹੜੀ ਗ੍ਰਸਤੀ ਵਾਲੀ ਐਜੂਕੇਸ਼ਨ ਹੈਗੀ ਹੈ, ਸੈਕਸ ਵਾਲੀ ਐਜੂਕੇਸ਼ਨ ਹੈਗੀ ਹੈ, ਉਹ ਕਿਸ ਤਰੀਕੇ ਨਾਲ ਪ੍ਰੋਵਾਈਡ ਕਰਵਾਈ। ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਸ਼ੁਰੂਆਤ ਹੈ ਜਿਹੜੀ ਉਹ ਵੈਦ ਜੀ ਹੋਰਾਂ ਤੋਂ ਸਮਝ ਲੈਂਦੇ ਹਾਂ, ਉਹਨਾਂ ਤੋਂ ਕਰਾਂਗੇ ਅਸੀਂ। ਵੈਦ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਫਰੂਕੀ ਸਾਹਿਬ, ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ ਜਿਹੜੇ ਲੋਕ ਇੰਨਾ ਪਿਆਰ ਕਰਦੇ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਸ ਕਾਬਲੀਅਤ ਸਮਝਿਆ ਸਾਨੂੰ। ਸੋ ਵੈਦ ਜੀ, ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਜਿਹੜੇ ਲੋਕ ਤੁਹਾਨੂੰ ਸਵਾਲ ਕਰਦੇ ਨੇ ਕਿ ਤੁਸੀਂ ਕਿਸ ਤਰੀਕੇ ਨਾਲ, ਕੀ ਤੁਸੀਂ ਆਪਣੇ ਬੱਚੇ ਨਾਲ, ਤੁਸੀਂ ਆਪਣੀ ਬਿਟੀਆਂ ਨਾਲ ਤੁਸੀਂ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰ ਸਕਦੇ ਹੋ, ਜਿਹੜੀਆਂ ਗੱਲਾਂ ਤੁਸੀਂ ਲੋਕਾਂ ਨੂੰ ਐਡਵਾਈਸ ਕਰਦੇ ਹੋ ਕਿ ਖੁੱਲ੍ਹ ਕੇ ਜਿਹੜਾ ਗ੍ਰਸਤੀ ਵਾਲੇ ਪਾਸੇ ਔਰ ਜ਼ਿੰਦਗੀ ਵਾਲੇ ਪਾਸੇ ਗੱਲਾਂ ਕਰਨੀਆਂ ਚਾਹੀਦੀਆਂ ਨੇ? ਫਰੂਕੀ ਸਾਹਿਬ, ਬੇਟਾ ਕੋਲ ਹੀ ਬੈਠਾ ਮੇਰਾ, ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਜੀ, ਬਹੁਤ ਵੱਡੇ ਤਾਦਾਦ ਦੇ ਵਿੱਚ ਲੋਕਾਂ ਨੇ ਇੱਕ ਚੀਜ਼ ਨਹੀਂ ਸਮਝੀ ਕਿ ਸਭ ਤੋਂ ਨੇੜੇ ਮਾਂ ਜਿਹੜਾ ਰਿਸ਼ਤਾ ਸਾਨੂੰ ਆਪਣੇ ਬਾਪ ਨਾਲ, ਆਪਣੀ ਮਾਂ ਨਾਲ, ਆਪਣੇ ਪਰਿਵਾਰ ਨਾਲ ਬਣਾਉਣਾ ਚਾਹੀਦਾ। ਖਾਸ ਕਰਕੇ ਜਿਹੜਾ ਪਿਓ ਪੁੱਤ ਦਾ ਰਿਸ਼ਤਾ, ਉਹਦੇ ਵਿੱਚ ਜਦੋਂ ਮਾੜੀ ਜਿਹੀ ਵੀ ਖਟਾਈ ਆਉਂਦੀ ਹੈ, ਤੁਸੀਂ ਜਿੱਥੇ ਵੀ ਰਿਸ਼ਤੇ ਦੇਖੇ ਹੋਣਗੇ, ਜਿੱਥੇ ਪਿਓ ਪੁੱਤ ਦੇ ਵਿੱਚ ਖਟਾਈ ਆ ਗਈ ਤੇ ਪਿਓ ਪੁੱਤ ਦਾ ਦੁਸ਼ਮਣ ਬਣ ਗਿਆ ਜੀ। ਸਕੇ ਭਰਾ ਦੁਸ਼ਮਣ ਬਣਦੇ ਦੇਖਿਆ ਜੀ, ਜ਼ਮੀਨਾਂ ਜਾਇਦਾਦਾਂ ਦੇ ਹੋਰ ਚੀਜ਼ਾਂ ਦੇ ਰੌਲੇ ਆ। ਲੇਕਿਨ ਮੈਨੂੰ ਸ਼ੁਰੂ ਤੋਂ ਮੇਰੇ ਦਾਦਾ ਜੀ ਨੇ ਪਾਲਿਆ ਔਰ ਉਹਨਾਂ ਨੇ ਆਪਣੇ ਛੋਟੇ ਨਾਜ਼ੁਕ ਕਲੀਆਂ ਵਾਂਗੂ ਸਮਝਿਆ ਉਹਨਾਂ ਨੇ, ਕਿਉਂਕਿ ਮੇਰੀ ਦੂਸਰੀ ਪੀੜ੍ਹੀ 'ਚ ਸੀਗਾ, ਮੇਰੇ ਫਾਦਰ ਤੋਂ ਬਾਅਦ ਸੀਗਾ ਮੈਂ, ਔਰ ਬੜੇ ਵੱਡੇ ਡੂੰਘੇ ਤਜਰਬੇ ਉਹਨਾਂ ਨੇ ਮੈਨੂੰ ਜ਼ਿੰਦਗੀ ਦੇ ਦੱਸੇ, ਜਿਨ੍ਹਾਂ ਕਰਕੇ ਮੈਨੂੰ ਇਹ ਲੱਗਣ ਲੱਗ ਗਿਆ ਵੀ ਮੈਂ ਜੇ ਇਹਨਾਂ ਦੀ ਉਂਗਲ ਫੜ ਕੇ ਚੱਲੂੰਗਾ। ਔਰ ਮੈਂ ਰੋਲ ਮਾਡਲ ਆਪਣੇ ਦਾਦਾ ਜੀ ਨੂੰ ਧਾਰਿਆ। ਸ਼ੁਰੂ ਤੋਂ ਬੱਚੇ ਦੇਖਦੇ ਸੀਗੇ ਵੀ ਦਾਦਾ ਜੀ ਨੂੰ ਸਵੇਰੇ ਮੱਥਾ ਟੇਕ ਕੇ ਘਰੋਂ ਆਉਣਾ, ਔਰ ਅਸੀਂ ਸਾਡੇ ਜਿੰਨੇ ਵੀ ਦਫ਼ਤਰ ਨੇ ਸਾਰਿਆਂ 'ਚ ਫੋਟੋ ਹੀ ਸਾਡੇ ਦਾਦਾ ਜੀ ਦੀ ਲਾਈ ਹੈ ਅਤੇ ਉੱਥੇ ਹੀ ਅਸੀਂ ਨਮਸਕਾਰ ਕੀਤੀ ਹੈ ਉਹਨਾਂ ਨੂੰ, ਵੀ ਜਿਨ੍ਹਾਂ ਨੇ ਸਾਨੂੰ ਅਣਘੜਤ ਲੱਕੜ ਨੂੰ ਘੜ ਕੇ ਅਤੇ ਕਿਸੇ ਦਾ ਰੂਪ ਧਾਰਨ ਕਰਤਾ। ਦਵਾਈਆਂ ਦਾ ਕੰਮ ਉਹਨਾਂ ਤੋਂ ਸਿੱਖਿਆ, ਨੇੜੇ ਬੈਠੇ, ਕੁੱਟ ਖਾਧੀ ਉਹਨਾਂ ਤੋਂ, ਬਹੁਤ ਅੜਬ ਸੁਭਾਅ ਦੇ ਸੀਗੇ ਉਹ। ਲੇਕਿਨ ਉਹਨਾਂ ਦੀਆਂ ਗੱਲਾਂ ਤੋਂ ਸਮਝ ਲੱਗਿਆ ਵੀ ਜ਼ਿੰਦਗੀ 'ਚ ਪੁੱਤ ਜਿਹੜੀ ਗੱਲ ਮੈਂ ਤੈਨੂੰ ਅੱਜ ਕਹਿਣਾ, ਤੈਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂ। ਮੈਂ ਜਦੋਂ ਬੇਟਾ ਮੇਰਾ 98 'ਚ ਬਰਥ ਹੋਇਆ, ਬੇਟੀ ਦਾ 94th ਦਾ ਬਰਥ ਸੀ, ਸ਼ੁਰੂ ਤੋਂ ਮੈਂ ਇੱਕੋ ਗੱਲ ਸੋਚੀ ਵੀ ਜਿਹੜੇ ਸਕੂਲਾਂ 'ਚ ਮੈਂ ਪੜ੍ਹ ਨਹੀਂ ਸਕਿਆ ਉਹਨਾਂ ਸਕੂਲਾਂ 'ਚ ਜਵਾਕਾਂ ਨੂੰ ਪੜ੍ਹਾਉਣਾ ਹੈਗਾ। ਇੰਡੀਆ ਦੇ ਬੈਸਟ ਸਕੂਲ ਨੇ, ਤਰਨਪ੍ਰੀਤ ਪੜ੍ਹਿਆ ਹੈਗਾ ਜੀ ਬਿਸ਼ਪ ਕਾਟਨ ਸਕੂਲ 'ਚ, ਅਤੇ ਬੇਟੀ ਆਕਲੈਂਡ ਹਾਊਸ ਸ਼ਿਮਲੇ ਪੜ੍ਹੀ ਆ। ਦੋਨੇ ਜਣੇ ਚੰਗੇ ਹੋਸਟਲਾਂ 'ਚ ਪੜ੍ਹੇ ਆ, ਜਿੱਥੇ ਮੇਰੇ ਨਾਲ ਦੇ ਮੈਨੂੰ ਲੋਕ ਕਹਿੰਦੇ ਸੀਗੇ ਵੀ ਸਭ ਕੁਛ ਹੈਗਾ ਡਾਕਟਰ ਸਾਹਿਬ, ਚੰਗੇ ਸਕੂਲ ਇੱਥੇ ਲੁਧਿਆਣੇ 'ਚ ਬਹੁਤ ਆ, ਪੰਜਾਬ 'ਚ ਬਹੁਤ ਆ, ਤੁਸੀਂ ਇਹੋ ਜਿਹੇ ਸਕੂਲਾਂ 'ਚ ਕਿਉਂ ਬਣਾਉਂਦੇ, ਇਹਨਾਂ ਨੇ ਕਿਹੜਾ DC ਲੱਗਣਾ। ਜਦੋਂ ਅਸੀਂ ਆਪਣੇ ਬੱਚੇ ਨੂੰ ਆਪਣੇ ਸਾਹਮਣੇ ਇਹ ਗੱਲ ਕਹਿੰਦੇ ਵੀ ਇਹਨੇ ਕਿਹੜਾ DC ਲੱਗਣਾ, ਅਤੇ ਜੇ ਤੁਹਾਡੀ ਸੋਚ ਹੀ ਪਹਿਲੇ ਦਿਨ ਵੀ ਤੁਹਾਡਾ ਬੇਟਾ ਕਿਹੜਾ DC ਲੱਗੂਗਾ, ਅਤੇ ਫਿਰ ਉਹ ਜਾਂ ਤਾਂ ਜਿਹੜਾ ਤੁਸੀਂ ਚੀਜ਼ ਸੋਚਦੇ ਉਹੀ ਬਣੂਗਾ। ਮੈਂ ਲੋਕਾਂ ਦੇ ਬੱਚਿਆਂ 'ਤੇ ਟਿੱਪਣੀ ਨਹੀਂ ਕਰਦਾ, ਪਰ ਕੀ ਤੁਸੀਂ ਉਹਨੂੰ DC ਬਣਾਉਣ ਵਾਲੇ ਐਫਰਟਸ ਕੀਤੇ? ਸਵਾਲ ਜਿੱਥੇ ਇਹ ਸਭ ਤੋਂ ਵੱਡਾ, ਜੇ ਲੋਕ ਮੈਨੂੰ ਕਹਿੰਦੇ ਵੀ ਮੈਂ ਆਪਣੇ ਬੇਟੇ ਨੂੰ DC ਬਣਾ ਸਕਾਂ ਜਾਂ ਨਾ ਬਣਾ ਸਕਾਂ, ਮੈਨੂੰ ਨਹੀਂ ਮਤਲਬ, ਪਰ ਕੀ ਮੈਂ DC ਬਣਾਉਣ ਵਾਲੇ ਬੱਚੇ, ਜਿੱਥੋਂ ਟਾਟਾ ਪੜ੍ਹਿਆ ਹੋਵੇ, ਜਿੱਥੋਂ ਕੈਪਟਨ ਅਮਰਿੰਦਰ ਸਿੰਘ ਪੜ੍ਹਿਆ ਹੋਵੇ, ਜਿੱਥੋਂ ਚੰਗੇ ਚੰਗੇ ਬਿਊਰੋਕਰੇਟਸ ਪੜ੍ਹੇ ਹੋਣ, ਜਿੱਥੋਂ ਬਿਜ਼ਨਸਮੈਨ ਪੜ੍ਹੇ ਹੋਣ, ਕੀ ਮੈਂ ਆਪਣੇ ਬੱਚੇ ਨੂੰ ਉਸ ਸਕੂਲ ਦੇ ਵਿੱਚ ਐਡਮਿਸ਼ਨ ਦਵਾਈ? ਜੇ ਮੈਂ ਉੱਥੇ ਐਡਮਿਸ਼ਨ ਦਵਾਊਂਗਾ, ਉਹੋ ਜਿਹੇ ਲੋਕਾਂ 'ਚ ਬੱਚਾ ਬੈਠੂਗਾ, ਉਹੋ ਜਿਹੇ ਸਿਸਟਮ 'ਚ ਬੈਠੂਗਾ। ਅਤੇ ਬੇਟੀ ਸਾਡੀ ਇੰਡੀਆ ਦੇ ਵਿੱਚ MBBS ਕਰਕੇ ਟੌਪਰ ਰਹੀ। ਉਸ ਤੋਂ ਬਾਅਦ MBBS ਤੋਂ ਬਾਅਦ ਜੇ ਡਿਊਕ, ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਅਮਰੀਕਾ, ਅਤੇ ਉੱਥੇ ਡਾਕਟਰ ਆ ਉਹ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਾਣ ਦੀ ਗੱਲ ਹੈ। ਲੇਕਿਨ ਜੇ ਤੁਸੀਂ ਪਹਿਲੇ ਦਿਨ ਤੋਂ ਸੋਚ ਰੱਖ ਕੇ ਇਹ ਚੱਲਦੇ ਹੋ। ਦੂਸਰੀ ਗੱਲ ਜਿਹੜੀ ਲੋਕ ਗੱਲ ਕਰਦੇ ਆ, ਲੋਕਾਂ ਦਾ ਕੰਮ ਹੈ, ਲੋਕਾਂ ਨੂੰ ਅੱਜ ਬਹਿਸ ਚਾਹੀਦੀ ਹੈ, ਲੋਕਾਂ ਨੂੰ ਘਰਾਂ ਦੇ ਵਿੱਚ ਰੌਲਾ ਸੁਣਨ ਦੀ ਆਦਤ ਪੈ ਗਈ। ਲੋਕਾਂ ਨੂੰ ਸ਼ਾਂਤ ਕਰਨ ਵਾਸਤੇ ਵੀ ਜੇ ਕੋਈ ਗੱਲ ਕਹਿਣੀ ਪੈ ਰਹੀ ਹੈ ਤਾਂ ਅੱਖਰਾਂ 'ਚ ਕਹਿਣੀ ਪੈ ਰਹੀ ਹੈ। ਤੁਸੀਂ ਦੇਖੋ, ਸ਼ਾਂਤਮਈ ਬੈਠਾ ਬੰਦਾ, ਅਤੇ ਅਸੀਂ ਉਹਨੂੰ, ਜਿਹੜਾ ਜਵਾਕ ਬੋਲਦਾ ਨਹੀਂ ਗਾ, ਉਹਨੂੰ ਡਾਕਟਰ ਨੂੰ ਦਿਖਾਈ ਜਾਂਦੇ ਆ ਵੀ ਡਾਕਟਰ ਸਾਹਿਬ ਦੇਖੋ ਇਹ ਬੋਲਦਾ ਨਹੀਂ, ਅਤੇ ਜਦੋਂ ਬੋਲਣ ਲੱਗ ਜਾਂਦਾ ਉਹਨੂੰ ਕਮਰੇ 'ਚ ਤਾੜੀ ਜਾਂਦੇ ਵੀ ਹੁਣ ਬੋਲਦਾ ਬਹੁਤ ਜ਼ਿਆਦਾ, ਅਤੇ ਜਵਾਕ ਜਾਊਗਾ ਕਿੱਥੇ? ਜੇ ਤਾਂ ਗੁਆਂਢੀ ਦੇ ਜਵਾਕ ਨੇ ਘਰੇ ਆ ਕੇ ਕੰਚ ਦਾ ਗਲਾਸ ਭੰਨਤਾ ਤੁਹਾਡਾ, ਅਤੇ ਫਿਰ ਤਾਂ ਉਹਨੂੰ ਕਹਿੰਦੇ ਕੋਈ ਗੱਲ ਨਹੀਂ ਬੇਟਾ ਅਚਾਨਕ ਹੋ ਗਿਆ। ਅਤੇ ਜੇ ਤੁਹਾਡੇ ਜਵਾਕ ਨੇ ਕੰਚ ਦਾ ਗਲਾਸ ਭੰਨਤਾ, ਫਿਰ ਉਹਦੇ 4 ਮੁੱਕੀਆਂ ਅਤੇ 2 ਥੱਪੜ, ਵੀ ਆਏ ਗਏ ਤਾਂ ਤੂੰ ਚੀਜ਼ ਮੰਗਦਾ ਅਤੇ ਥੱਪੜ। ਜਿਹੜੀਆਂ ਚੀਜ਼ਾਂ ਦੇ ਸਾਡੇ ਜਵਾਕ ਸਾਡੇ ਤੋਂ ਦੂਰੀਆਂ ਬਣਾਉਂਦੇ ਆ, ਉਹ ਕਿਹੜੇ ਕਿਹੜੇ ਕਾਰਨ ਆ, ਉਹਨਾਂ ਨੂੰ ਬਹੁਤ ਵਿਸਥਾਰ ਨਾਲ ਸਮਝੇ। ਜੀ ਅਸੀਂ ਸਮਝਾਂਗੇ ਤੁਹਾਡੇ ਕੋਲੋਂ। ਤਰਨਪ੍ਰੀਤ ਨਾਲ ਤੁਹਾਡੀ ਗੱਲਬਾਤ ਕਰਾ ਲੈਂਦੇ ਹਾਂ। ਤਰਨਪ੍ਰੀਤ ਨੇ ਜਿਹੜੇ ਕਿ ਵੈਦ ਜਗਦੀਪ ਜੀ ਉਹਨਾਂ ਦੇ ਬੇਟੇ ਨੇ। ਤਰੁਣ ਜੀ, ਤੁਹਾਡੇ ਫਾਦਰ ਸਾਹਿਬ ਬਹੁਤ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਨੇ, ਉਹਨਾਂ ਦੇ ਕਲਿੱਪਾਂ ਵਾਇਰਲ ਹੁੰਦੀਆਂ ਨੇ, ਅਤੇ ਉਹ ਅਕਸਰ ਇਹ ਗੱਲ ਕਹਿੰਦੇ ਨੇ
ਕਿ ਜਿਹੜਾ ਪਿਓ ਨੂੰ ਜਿਹੜੀ ਭੂਮਿਕਾ ਹੈਗੀ ਪਿਓ ਦੀ, ਉਹ ਚਾਹੇ ਗ੍ਰਸਤੀ ਜ਼ਿੰਦਗੀ ਦੇ ਵਿੱਚ ਹੋਵੇ ਜਾਂ ਸਮਾਜਿਕ ਜ਼ਿੰਦਗੀ ਦੇ ਵਿੱਚ ਹੋਵੇ, ਉਹ ਬੜੀ ਅਹਿਮ ਭੂਮਿਕਾ ਰੱਖਦੀ ਹੈ। ਤੁਹਾਡੇ ਫਾਦਰ ਸਾਹਿਬ ਨਾਲ ਕਿਹੋ ਜਿਹਾ ਤਾਲਮੇਲ ਹੈ? ਜਿਸ ਤਰ੍ਹਾਂ ਦੀਆਂ ਇਹ ਗੱਲਾਂ ਕਰਦੇ ਨੇ, ਕੀ ਇਹ ਠੀਕ ਨੇ? ਜਿਹੜੇ ਸਕੂਲਾਂ ਦੇ ਵਿੱਚ ਪੜ੍ਹਾਇਆ ਸਾਨੂੰ ਮੇਰੇ ਫਾਦਰ ਸਾਹਿਬ ਨੇ, ਮੈਂ ਕੈਮਰੇ ਦੇ ਉੱਤੇ ਉਹਨਾਂ ਦਾ ਥੈਂਕ ਯੂ ਕਰਦਾ ਹਾਂ, ਕਿਉਂਕਿ ਉਹਨਾਂ ਸਕੂਲਾਂ ਦੇ ਵਿੱਚ ਸਾਨੂੰ ਪਹਿਲੀ ਚੀਜ਼ ਸਿਖਾਈ ਗਈ ਸੀਗੀ ਵੀ ਨੈਵਰ, ਮਤਲਬ ਆਪਦੇ ਆਪ ਨੂੰ ਕਦੇ ਘਬਰਾਹਟ ਨਾ ਮੰਨੋ ਗਲਤੀਆਂ ਕਰਨ ਤੋਂ। ਤੁਹਾਡੇ ਤੋਂ ਗਲਤੀ ਹੋਊਗੀ, ਗਿਰੋਗੇ, ਸਿੱਖੋਗੇ, ਵਧੋਗੇ। ਇਹ ਪਹਿਲਾ ਅਸੂਲ ਸੀ ਸਾਡਾ ਵੀ ਡਰੋ ਨਾ, ਗਲਤੀ ਹੋਊਗੀ ਲਾਈਫ 'ਚ, ਕੋਈ ਚੱਕਰ ਨਹੀਂ, ਸਭ ਤੋਂ ਹੁੰਦੀ। ਪਰ ਉਹ ਇੱਕ ਜਿਵੇਂ ਅੱਜ ਦੇ ਟਾਈਮ ਦੇ ਵਿੱਚ, ਜੇ ਮੈਂ ਉਸ ਟਾਈਮ ਦੀ ਗੱਲ ਕਰਾਂ ਤਾਂ ਮੇਰੇ ਫਾਦਰ ਸਾਹਿਬ ਨੇ ਆਪ ਹੀ ਕਹਿਤਾ ਸੀ ਵੀ ਬੇਟਾ ਜਿਸ ਦਿਨ ਨਾਈਟਫਾਲ ਵਰਗੀ ਸਿਚੁਏਸ਼ਨ ਕ੍ਰੀਏਟ ਹੁੰਦੀ ਆ, ਉਹ ਇੱਕ ਨੈਚੁਰਲ ਫਿਨੋਮੀਨਾ ਤੁਸੀਂ ਮੇਰੇ ਨਾਲ ਸ਼ੇਅਰ ਕਰਨੀ ਆ ਰਾਦਰ ਦੈਨ ਕਿਸੇ ਹੋਰ ਕੋਲੇ ਜਾਣ ਤੋਂ। ਅੱਛਾ, ਸਭ ਤੋਂ ਪਹਿਲਾਂ ਕਿੰਨੀ ਕੁ ਉਮਰ ਦੇ ਵਿੱਚ ਤੁਹਾਨੂੰ ਇਸ ਐਜੂਕੇਸ਼ਨ ਵਾਲੇ ਪਾਸੇ ਨੂੰ ਤੋਰਨ ਲੱਗ ਗਏ ਸੀ ਵੈਦ ਜੀ? ਮੈਂ ਇਸ ਐਜੂਕੇਸ਼ਨ ਤੋਂ ਪਹਿਲਾਂ ਦੀ ਇੱਕ ਬਹੁਤ ਨਿੱਜੀ ਜਿਹੜੀ ਮੇਰੀ ਲਾਈਫ ਦੇ ਵਿੱਚ ਇੱਕ ਸਭ ਤੋਂ ਵੱਡਾ ਰੋਲ ਜਿਹੜੇ ਸ਼ਬਦਾਂ ਨੇ ਪਲੇ ਕੀਤਾ ਵਾ, ਉਹ ਸ਼ਬਦ ਹੈਗੇ ਆ ਵੀ ਮੇਰੇ 3rd ਕਲਾਸ ਦੇ ਵਿੱਚ ਜਦੋਂ ਮੈਂ ਸ਼ਿਮਲੇ ਪੜ੍ਹਦਾ ਸੀ ਹੋਸਟਲ 'ਚ, ਤਾਂ ਮੇਰੇ ਫਾਦਰ ਨੇ ਕਿਹਾ ਸੀ ਬੇਟਾ ਕੱਲਾ ਜੰਮਿਆ ਤਾਂ ਕੱਲਾ ਮਰ ਜਾਣਾ, ਭਰੋਸਾ ਸੋਚ ਸਮਝ ਕੇ ਕਰੀ, ਜੀਤੇ ਕਰ। ਉਹ ਚੀਜ਼ਾਂ ਨੇ ਅੱਜ ਤੱਕ ਬੜਾ, ਮਤਲਬ ਵਾਹਿਗੁਰੂ ਦਾ ਥੈਂਕ ਯੂ ਆ ਵੀ ਉਹਨਾਂ ਨੇ ਬਚਾ ਕੇ ਰੱਖਿਆ ਚੀਜ਼ਾਂ ਤੋਂ। ਅਤੇ ਜੇ ਕੋਈ ਸਿਚੁਏਸ਼ਨ ਆਈ ਵੀ ਤਾਂ ਇੱਕ ਫੈਮਿਲੀ ਦੇ ਵਿੱਚ ਇੰਨਾ ਪਿਆਰਾ ਬੌਂਡ ਆ, ਇੱਕ ਮੇਰੇ ਅਤੇ ਮੇਰੇ ਫਾਦਰ ਦੇ ਵਿੱਚ ਇੰਨਾ ਪਿਆਰਾ ਬੌਂਡ ਆ ਵੀ ਕੋਈ ਵੀ ਸਿਚੁਏਸ਼ਨ ਹੁੰਦੀ ਆ ਉਹਦੇ 'ਚ ਅਸੀਂ ਇਹ ਨਹੀਂ ਦੇਖਦੇ ਵੀ ਨੈਗੇਟਿਵ ਆ ਕਿ ਪੋਜ਼ੀਟਿਵ ਆ। ਪਰ ਅੱਜ ਕੱਲ੍ਹ ਦੇ ਜਿਹੜੇ ਲੋਕ ਨੇ ਤਰੁਣ ਜੀ, ਉਹ ਜਿਹੜੇ ਅੱਜ ਕੱਲ੍ਹ ਦੇ ਯੰਗਸਟਰਸ ਨੇ, ਉਹ ਤਾਂ ਕਹਿੰਦੇ ਨੇ ਕਿ ਜੀ ਸਾਡੇ ਫਾਦਰ ਤਾਂ ਸਾਡਾ ਸਮਝ ਲਓ ਵੀ ਕੋਈ ਗੱਲ ਕਰਤੀ ਅਤੇ ਪੂਰੇ ਪਿੰਡ ਨੂੰ ਪਤਾ ਲੱਗ ਜੂ ਜੇ ਸਾਡੇ ਫਾਦਰ ਸਾਹਿਬ ਕੋਲ ਕੋਈ ਗੱਲ ਕਰਤੀ, ਅਤੇ ਉਹ ਆਪਣੇ ਫਾਦਰ ਨਾਲੋਂ ਜਿਹੜਾ ਭਰੋਸਾ ਹੈ ਜਿਹੜਾ ਉਹ ਆਪਣੇ ਕੰਪੈਰੀਟਿਵਲੀ ਆਪਣੇ ਦੋਸਤਾਂ ਦੇ ਉੱਤੇ ਜ਼ਿਆਦਾ ਕਰ ਰਹੇ ਨੇ, ਅਤੇ ਫਿਰ ਉਹਦਾ ਖਮਿਆਜ਼ਾ ਕਿਤੇ ਨਾ ਕਿਤੇ ਭੁਗਤਣਾ ਪੈਂਦਾ ਆਉਣ ਵਾਲੀ ਲਾਈਫ 'ਚ। ਬੜਾ ਇੱਕ ਫਨੀ ਐਗਜ਼ਾਮਪਲ ਮੇਰੇ ਫਾਦਰ ਸਾਹਿਬ ਹਮੇਸ਼ਾ ਦਿੰਦੇ ਹੁੰਦੇ ਆ ਵੀ 60-70 ਸਾਲ ਦਾ ਬੰਦਾ ਅਤੇ ਉਹ ਮੰਜੇ 'ਤੇ ਪਏ ਨੇ, ਆਪਾਂ ਰਿਸਪੈਕਟ ਦਿੰਦੇ ਹਾਂ ਉਹਨਾਂ ਨੂੰ, ਜੋ ਵੀ ਜੇ ਕੋਈ ਹੋਣ ਵੀ ਕਿਸੇ ਦੇ ਘਰੇ, ਬਟ ਉਹ ਬੰਦੇ ਸੋਟੀ ਦੇ ਨਾਲ ਇਹ ਕਹਿ ਰਹੇ ਨੇ ਵੀ ਜੇ ਮੈਂ ਤੁਰ ਗਿਆ ਤੁਹਾਡਾ ਕੁਛ ਨਹੀਂ ਹੋਣਾ। ਇਹਦਾ ਮਤਲਬ ਉਹ ਪਹਿਲੇ ਦਿਨ ਤੋਂ ਬੱਚਿਆਂ ਦੇ ਵਿੱਚ ਹੌਸਲਾ ਪਹਿਲੇ ਦਿਨ ਹੀ ਤੋੜਤਾ ਵੀ ਜਦੋਂ ਤੱਕ ਤਾਂ ਜੜ ਮੈਂ ਆ ਉਦੋਂ ਤੱਕ ਹੀ ਤੁਸੀਂ ਹੋ। ਤਾਂ ਜਿਸ ਦਿਨ ਉਹ ਬਾਪੂ ਜੀ ਨੇ ਪੂਰੇ ਹੋਣਾ, ਉਹ ਬੱਚਿਆਂ ਦਾ ਪਹਿਲਾਂ ਹੀ ਕੌਨਫੀਡੈਂਸ ਟੁੱਟਿਆ ਹੋਇਆ, ਉਹਨਾਂ ਨੇ ਅੱਗੇ ਸੋਚਣਾ ਹੀ ਨਹੀਂ। ਉਹਨਾਂ ਨੇ ਕਹਿਣਾ ਬਾਪੂ ਜੀ ਨੇ ਤਾਂ ਗੱਲ ਦਿਮਾਗ 'ਚ ਪੱਕੀ ਕਰਤੀ, ਪੱਥਰ ਵਾਂਗੂ। ਤੁਹਾਨੂੰ ਖਾਸ ਤੌਰ 'ਤੇ ਜਿਹੜਾ ਕੈਨੇਡਾ ਤੋਂ ਤੁਸੀਂ ਇੱਥੇ ਆਏ ਹੋ, ਤੁਹਾਡੀ ਸਟੱਡੀ ਤੁਸੀਂ ਦੱਸ ਰਹੇ ਸੀ ਕਿ ਕੈਨੇਡਾ ਦੀ ਹੈ, ਇੱਥੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਤੁਹਾਨੂੰ ਆ ਕੇ ਮਿਲਦੇ ਨੇ, ਤੁਹਾਨੂੰ ਜ਼ਿੰਦਗੀ ਦਾ ਫਲਸਫਾ ਸਮਝਾਉਣ ਵਾਸਤੇ ਤੁਹਾਡੇ ਨਾਲ ਗੱਲਬਾਤ ਉਹ ਕਰਵਾਉਂਦੇ ਨੇ, ਉਹਨਾਂ ਦੀਆਂ ਸਮੱਸਿਆਵਾਂ ਤੁਸੀਂ ਇੱਥੇ ਸੁਣਦੇ ਹੋ, ਡਾਕਟਰ ਸਾਹਿਬ ਨਾਲ ਵੀ ਬੈਠ ਕੇ ਗੱਲ ਕਰਦੇ ਹੋ, ਹੈ ਨਾ? ਅਤੇ ਕੀ ਚੱਲ ਰਿਹਾ ਅੱਜ ਕੱਲ੍ਹ ਦੇ ਯੰਗਸਟਰਸ ਤੁਹਾਨੂੰ ਕਿੱਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਨੇ, ਉਹ ਸਮੱਸਿਆਵਾਂ ਜਿਨ੍ਹਾਂ ਨੂੰ ਕਈ ਵਾਰ ਜਿਹੜੇ ਨੌਜਵਾਨ ਵਰਗ ਹੈਗਾ ਉਹ ਵੈਦ ਜੀ ਹੋਣਾ ਮੂਹਰੇ ਕਹਿਣ ਨੂੰ ਝਿਜਕਦੇ ਨੇ, ਤੁਹਾਡੇ ਨਾਲ ਉਹ ਗੱਲਬਾਤ ਖੁੱਲ੍ਹੇ ਤੌਰ 'ਤੇ ਕਰ ਲੈਂਦੇ ਨੇ? ਉਹਦੇ ਜਿਹੜੀ ਉਹੀ ਫੇਰ ਆਪਾਂ ਜੜ 'ਤੇ ਆਉਂਦੇ ਹਾਂ ਤਾਂ ਪਹਿਲੀ ਸਿਚੁਏਸ਼ਨ ਇਹ ਆ, ਉਹਨਾਂ ਨੂੰ ਡਰ ਆ ਵੀ ਅਸੀਂ ਕੋਈ ਗਲਤੀ ਕਰ ਲਈ, ਅਤੇ ਬੰਦਾ ਹੁਣ ਇਹ ਸੋਚ ਰਿਹਾ ਮੈਂ ਗਲਤੀ ਤਾਂ ਕਰ ਲਈ, ਹੁਣ ਮੈਨੂੰ ਸੁਧਾਰ ਹੀ ਨਹੀਂ ਸਕਦਾ, ਗਲਤੀ ਇਹੋ ਜਿਹੀ ਕਰ ਲਈ। ਜਦੋਂ ਮੇਰੇ ਤੋਂ ਗਲਤੀ ਹੋ ਗਈ, ਮੈਂ ਸਮਝ ਜਾਂ ਵੀ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਨਹੀਂ ਪਤਾ, ਮੈਂ ਆਪਦੇ ਕਿਸੇ ਸਿਆਣੇ ਤੋਂ, ਆਪਦੇ ਪੇਰੈਂਟਸ ਤੋਂ ਇੱਕ ਰਾਏ ਲੈ ਲਾ, ਮੈਨੂੰ ਸਹੀ ਰਾਹ ਪਾ ਦੇਣਗੇ ਮੇਰੇ ਵੈਲ ਵਿਸ਼ਰਸ ਨੇ, ਰਾਦਰ ਦੈਨ ਉਹ ਦੋਸਤਾਂ 'ਤੇ ਜਿਨ੍ਹਾਂ ਨੇ ਮੇਰੇ ਨੈਗੇਟਿਵ ਪੁਆਇੰਟਸ ਇਕੱਠੇ ਕਰਨੇ। ਮੌਕਾ ਆਏ ਅਤੇ ਮੈਨੂੰ ਡਿਪਰੈਸ਼ਨ 'ਚ ਪਾਉਣ ਲੱਗੇ, ਉਹਨਾਂ ਕੋਲ ਸਿੱਧੀ ਗੋਲੀ ਆ ਵੀ ਇਹਨੂੰ ਆਹ ਗੱਲਾਂ ਕਰੋ ਅਤੇ ਇਹਨੂੰ ਬੱਚੇ ਨੂੰ ਕਿੱਦਾਂ ਖਿੱਚ ਲੈਣਾ। ਮੈਂ ਕੈਨੇਡਾ ਦੇ ਵਿੱਚ ਰਿਹਾ, ਬੜੇ ਬੱਚੇ ਚੰਗੇ ਘਰੋਂ, ਚਲੋ ਫਾਦਰ ਸਾਹਿਬ ਨੇ ਸਾਨੂੰ ਹੋਸਟਲ 'ਚ ਪੜ੍ਹਾਇਆ ਤਾਂ ਕਦੇ ਸਾਡੇ ਆਲੇ ਦੁਆਲੇ ਉਸ ਜੀ ਸਿਚੁਏਸ਼ਨ ਨਹੀਂ ਕ੍ਰੀਏਟ ਹੋਈ, ਹਰ ਸਿਚੁਏਸ਼ਨ ਨੂੰ ਬਹੁਤ ਲਾਈਟਲੀ ਰੱਖਿਆ, ਬਟ ਉੱਥੇ ਬੜੇ ਬੱਚੇ ਆ ਜਿਨ੍ਹਾਂ ਨੂੰ ਪੀਅਰ ਪ੍ਰੈਸ਼ਰ ਦੇ ਵਿੱਚ, ਜਿਹੜੇ ਡਰੱਗਸ ਦੇ ਵਿੱਚ ਨੇ, ਪੀਅਰ ਪ੍ਰੈਸ਼ਰ ਦੇ ਵਿੱਚ ਪ੍ਰੋਸਟੀਟਿਊਸ਼ਨ ਦੇ ਕੋਲੇ ਜਾਂਦੇ ਆ, ਸਿਰਫ ਇਹ ਚੀਜ਼ ਸਾਬਿਤ ਕਰਨ ਲਈ ਵੀ ਮੇਰੇ 'ਚ ਕੋਈ ਕਮੀ ਨਹੀਂ। ਔਰ ਉਹ ਕਿਹਨੂੰ ਸਾਬਿਤ ਕਰ ਰਹੇ ਆ? ਜਿਨ੍ਹਾਂ ਨੇ ਸਾਰੀ ਉਮਰ ਤੁਹਾਡੇ ਨਾਲ ਰਹਿਣਾ ਹੀ ਨਹੀਂ, ਉਹ ਯਾਰ ਦੋਸਤ 4-5 ਜਿਹੜੇ ਅੱਜ ਤੁਹਾਡੇ ਨਾਲ ਸ਼ਿਫਟਾਂ 'ਤੇ ਜਾਂਦੇ ਆ, ਦਿਹਾੜੀਆਂ ਲਾਉਂਦੇ ਆ, ਤੁਸੀਂ ਉਹਨਾਂ ਨਾਲ ਇੰਨਾ ਮਤਲਬ ਨੇੜਤਾ ਵਧਾਈ ਹੋਈ ਆ, ਅਤੇ ਉਹ ਤੁਹਾਡੀ ਲਾਈਫ ਦੇ ਵਿੱਚ ਐਡਾ ਵੱਡਾ ਰੋਲ ਪਲੇ ਕਰਦੇ ਆ ਵੀ ਤੁਸੀਂ ਉਹਨਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਤੁਹਾਡੇ ਆਪਦੀ ਸੁੱਧ-ਬੁੱਧ ਗੁੰਮ। ਜੀ, ਬਹੁਤ ਵੱਡੀ ਗੱਲ ਹੈ ਜਿਹੜੀ ਤੁਸੀਂ ਕਹੀ ਹੈ। ਸੋ ਵੈਦ ਜੀ, ਇਹ ਦੱਸੋ ਕਿ ਝਿਜਕ ਸੀ ਕਿਸੇ ਤਰ੍ਹਾਂ ਦੀ ਜਦੋਂ ਤੁਸੀਂ ਪਹਿਲੀ ਵਾਰ ਗ੍ਰਸਤੀ ਵਾਲੇ ਟੌਪਿਕ ਦੇ ਉੱਤੇ ਆਪਣੇ ਬੇਟੇ ਨਾਲ ਗੱਲਬਾਤ ਕੀਤੀ? ਫਰੂਕੀ ਸਾਹਿਬ ਦੇਖੋ, ਜਦੋਂ ਆਪਾਂ ਸੈਕਸ ਦੀ ਗੱਲ ਕਰਦੇ ਹਾਂ,
ਹਜੇ ਆਪਾਂ ਉਸ ਲੈਵਲ ਤੱਕ ਨਹੀਂ ਦੁਨੀਆ ਨੂੰ ਪਹੁੰਚਾ ਸਕੇ ਕਿ ਜਦੋਂ ਸੈਕਸ ਬਿਲਕੁਲ ਓਪਨ ਲੋਕਾਂ ਨਾਲ ਗੱਲਾਂ ਕਰੀਏ। ਬੜੇ ਤਰ੍ਹਾਂ ਦੀ ਝਿਜਕਾਈ, ਲੇਕਿਨ ਸਮੱਸਿਆ ਕੀ ਹੈ, ਲੋਕ ਇੱਥੇ ਸਾਡੇ ਲੋਕ ਜਿਹੜੇ ਪ੍ਰੈਕਟੀਕਲ ਘੱਟ ਆ, ਮਜ਼ਾਕੀਏ ਲੋਕ ਆ, ਕਿਉਂਕਿ ਅਸੀਂ ਕਿਤਾਬਾਂ ਨੂੰ ਗੁਰੂ ਨਹੀਂ ਮੰਨਿਆ। ਸਾਡਾ ਜੇ ਫੇਸਬੁੱਕ, ਵਟਸਐਪ, ਸੋਸ਼ਲ ਮੀਡੀਆ ਗਿਆਨ ਹੋ ਗਿਆ, ਇਸ ਕਰਕੇ ਸਾਡੇ ਲੋਕ ਜਿਹੜੇ ਆ ਉਹ ਗਿਆਨੀ ਤੋਂ ਅਗਿਆਨਤਾ ਵਾਲੇ ਪਾਸੇ ਨੂੰ ਤੁਰ ਪਏ। ਤੁਸੀਂ ਕਿਸੇ ਵੀ ਬੰਦੇ ਬਾਰੇ ਅਲੂਲ ਜਲੂਲ ਜੋ ਕੁਛ ਮਰਜ਼ੀ ਬੋਲੀ ਚੱਲੋ, ਉਹਦੀ ਪ੍ਰੈਕਟੀਕਲ ਜ਼ਿੰਦਗੀ 'ਚ ਕੀ ਆ ਉਹਦੇ ਤੱਕ ਪਹੁੰਚਣ ਵਾਸਤੇ ਬੜਾ ਸਮਾਂ ਲੱਗਦਾ, ਹੰਡਾਉਣਾ ਪੈਂਦਾ ਸਮਾਂ, ਤਾਂ ਜਾ ਕੇ ਗੱਲ ਪਤਾ ਲੱਗਦੀ ਹੈ। ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਵੀ ਜਦੋਂ ਅਸੀਂ 98 ਤੋਂ ਮੈਂ ਪ੍ਰੈਕਟਿਸ ਕਰ ਰਿਹਾ, ਦਾਦਾ ਜੀ ਦੀ ਡੈਥ ਤੋਂ ਬਾਅਦ ਸਾਰਾ ਤਾਮਝਾਮ ਮੇਰੇ ਅੰਡਰ ਆ ਗਿਆ। ਜਦੋਂ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ, ਲੇਕਿਨ 98 ਤੋਂ ਲੈ ਕੇ 2020 ਤੱਕ, ਤੁਸੀਂ 19 ਤੱਕ ਦੇਖੋਗੇ ਕੋਈ ਵੀ ਅਸੀਂ ਸੈਕਸ 'ਤੇ ਵੀਡੀਓ ਨਹੀਂ ਬਣਾਈ, ਸਾਰਾ ਨਸ਼ਾ ਛਡਾਉਣ 'ਤੇ। ਲੇਕਿਨ ਸੈਕਸ ਦੇ ਪੇਸ਼ੈਂਟ ਅਸੀਂ ਰੈਗੂਲਰ ਦੇਖ ਰਹੇ ਹਾਂ, ਔਰ ਜਿੰਨੇ ਪੇਸ਼ੈਂਟ ਸਾਡੇ ਕੋਲੇ ਸੱਚੇ ਪਾਤਸ਼ਾਹ ਦੀ ਕਿਰਪਾ, ਦਇਆ, ਮਿਹਰ ਸਦਕਾ ਲੋਕ ਬੜਾ ਵਿਸ਼ਵਾਸ ਕਰਦੇ, ਔਰ ਅੱਜ ਵੀ ਸਾਡੇ ਕੋਲ ਜਿੰਨੇ ਪੇਸ਼ੈਂਟ ਆ, ਮੈਂ ਸਮਝਦਾ ਕਿ ਲੋਕਾਂ ਦਾ ਬੜਾ ਵਿਸ਼ਵਾਸ ਆ। ਲੇਕਿਨ ਇਹ ਕਿਉਂ ਵੀਡੀਓ ਬਣਾਉਣੀਆਂ ਪਈਆਂ, ਲੋਕ ਇਸ ਗੱਲ 'ਤੇ ਨਹੀਂ ਆਉਂਦੇ। ਲੋਕ ਵਿਰੋਧ ਕਰਦੇ ਆ। ਵੈਦ ਸਾਹਿਬ, ਤੁਸੀਂ ਹੱਥਰਸੀ ਦੀ ਗੱਲ ਕਰਦੇ ਹੋ, ਅਤੇ ਹੱਥਰਸੀ ਮੈਂ ਲੋਕਾਂ ਨੂੰ ਕਹਿੰਦਾ ਵੀ ਕਰੋ, ਮੈਂ ਲੋਕਾਂ ਨੂੰ ਕਹਿੰਦਾ ਸੁਪਨਦੋਸ਼ ਹੋਣ ਦਿਓ। ਜੇ ਤੁਸੀਂ ਹੱਥਰਸੀ ਕਰੋਗੇ ਤਾਂ ਮੇਰੇ ਕੋਲ ਤਾਂ ਗਾਹਕ ਹੋਰ ਵਧਣਗੇ। ਦਵਾਈ ਤਾਂ ਮੇਰੇ ਤੋਂ ਨਹੀਂ ਲਓਗੇ, ਮੇਰੇ ਕਿਸੇ ਦੋਸਤ ਮਿੱਤਰ, ਕਿਸੇ ਵੈਦ ਤੋਂ, ਡਾਕਟਰ ਤੋਂ ਲਓਗੇ। ਪਰ ਰੌਲਾ ਤਾਂ ਇਸ ਗੱਲ ਦਾ ਵੀ ਤੁਸੀਂ ਹੱਥਰਸੀ ਕਰਕੇ ਕਿਸੇ ਵੈਦ ਦੀ ਤੁਹਾਨੂੰ ਲੋੜ ਹੀ ਕਿਉਂ ਪਵੇ। ਅਸੀਂ ਤਾਂ ਜਾਗਰੂਕ ਇਸ ਕਰਕੇ ਕਰਨਾ ਲੋਕਾਂ ਨੂੰ ਚਾਹੁੰਦੇ ਹਾਂ। ਬੱਚੇ ਨੂੰ ਕਿਵੇਂ ਸਮਝਾਇਆ ਸੀ ਆਪਣੇ ਨੂੰ? ਮੈਂ ਆਪਣੇ ਬੇਟੇ ਨੂੰ ਸਿਰਫ ਇਸ ਕਰਕੇ ਸਮਝਾਇਆ ਕਿਉਂਕਿ ਡਰ ਲੱਗਦਾ ਜਦੋਂ ਲੋਕਾਂ ਨੂੰ ਦੇਖਦੇ। 15 ਸਾਲ ਦਾ ਨਿਆਣਾ ਆ ਕੇ ਜਦੋਂ ਸਾਂਡੇ ਦਾ ਤੇਲ ਮੰਗੀ ਜਾਂਦਾ, 20 ਸਾਲ ਦਾ ਨਿਆਣਾ ਆ ਕੇ ਕਹੀ ਜਾਂਦਾ ਮੈਂ ਪੈਨਿਸ ਵੱਡੀ ਕਰਨੀ ਹੈ, ਤਾਂ ਉਹ ਦੇਖ ਕੇ ਮੈਂ ਆਪਣੇ ਬੱਚੇ ਨੂੰ ਸਮਾਜ ਤੋਂ ਦੂਰ ਨਹੀਂ, ਮੈਂ ਕੈਨੇਡਾ ਪੜ੍ਹਨ ਭੇਜਿਆ। 2 ਸਾਲ ਦੀ ਪੜ੍ਹਾਈ ਤੋਂ ਬਾਅਦ ਮੈਂ ਕਿਹਾ ਵੀ ਬੇਟਾ ਇੱਥੇ ਮੈਂ ਇਕੱਲਾ, ਸਾਰਾ ਸਿਸਟਮ ਆ, ਜਿੰਨਾ ਬੰਦਾ ਕੰਮ ਕਰਦਾਗਾ, ਆਪਾਂ ਇਹਨੂੰ ਕਿਵੇਂ ਚਲਾਉਣਾ। ਉਹ ਕਹਿੰਦਾ ਪਾਪਾ ਆਪਾਂ ਕੈਨੇਡਾ ਅਮਰੀਕਾ 'ਚ ਵੀ ਬ੍ਰਾਂਚਾਂ ਖੁੱਲ੍ਹਣੀਆਂ ਨੇ। ਜਦੋਂ ਮੈਨੂੰ ਸੱਦਿਆ ਨੇ ਵਾਪਸ ਇੱਥੋਂ ਆ ਕੇ, ਅਸੀਂ ਪੂਰੀ ਤਿਆਰੀ, ਹੁਣ ਅਸੀਂ ਵੈਨਕੂਵਰ ਆਫਿਸ ਖੋਲ੍ਹ ਰਹੇ ਹਾਂ, ਟੋਰਾਂਟੋ ਆਫਿਸ ਖੋਲ੍ਹ ਰਹੇ ਹਾਂ, ਅਮਰੀਕਾ 'ਚ ਆਫਿਸ ਖੋਲ੍ਹ ਰਹੇ ਹਾਂ। ਤਾਂ ਉਹ ਚੀਜ਼ਾਂ ਜਦੋਂ ਦੇਖੀਆਂ ਵੀ ਕਿਉਂ ਇੰਨਾ ਪੇਸ਼ੈਂਟ ਵੱਧ ਗਿਆ। ਅੱਜ ਹਰ ਚੌਥਾ ਬੰਦਾ ਵਿਆਹ ਕਰਾਉਣ ਤੋਂ ਕਿਉਂ ਡਰੀ ਜਾਂਦਾ। ਮੇਰੀ 18 ਸਾਲ ਦੀ ਉਮਰ 'ਚ ਵਿਆਹ ਹੋਇਆ, 25 ਸਾਲ ਦੇ ਮੁੰਡੇ ਨੂੰ ਜੇ ਮੈਂ ਕਹਿੰਦਾ ਤੂੰ ਵਿਆਹ ਕਰਾ ਲਾ, ਇਹ ਤੋਂ ਹੱਥਰਸੀ ਵਾਲੇ ਚੱਕਰ ਨਾਲੋਂ ਘੱਟੋ ਘੱਟ ਤੇਰੀ ਫੈਮਿਲੀ ਬਣ ਜੂ, ਇੱਕ ਅੱਧਾ ਬੱਚਾ ਹੋ ਜੂ, ਤੇਰੇ ਪਰਿਵਾਰ ਨਾਲ ਸਿਸਟਮ ਬਣ ਜੂਗਾ। ਉਹ ਅੱਜ ਕਰੀ ਜਾਂਦਾ। ਵੈਦ ਸਾਹਿਬ, ਮੈਨੂੰ ਡਰ ਲੱਗੀ ਜਾਂਦਾ ਮੇਰੇ ਘਰ ਵਾਲੀ ਇਹੋ ਜਿਹੀ ਨਾ ਮਿਲ ਜੇ। ਔਰ ਹਜ਼ਾਰਾਂ ਬੰਦੇ ਜਿਹੜੇ ਗਲਤ ਐਜੂਕੇਸ਼ਨ ਕਰਕੇ ਗਲਤ ਕਿਸੇ ਔਰਤ ਨਾਲ ਸੈਕਸ ਕਰ ਬਹਿੰਦੇ ਆ, ਜਾਂ ਕਿਸੇ ਔਰਤ ਨੇ ਇੱਕ ਵਾਰ, ਤੁਸੀਂ, ਮੈਂ ਸਿੰਪਲ ਉਦਾਹਰਨ ਦਿੰਦਾ, ਬੇਟਾ ਮੇਰਾ ਕੋਲੇ ਬੈਠਾ ਇੰਟਰਕੋਰਸ ਕਰਨ ਚਲਿਆ ਗਿਆ, ਚਾਹੇ ਮੇਰਾ ਬੇਟਾ ਹੀ ਚਲਿਆ ਗਿਆ ਕਿਸੇ ਕੋਲੇ, ਕਿਸੇ ਲੇਡੀਜ਼ ਨੇ ਸਿਰਫ ਇੱਕ, ਉਹ ਲੇਡੀ ਦਾ ਸਿਸਟਮ ਆ, ਉਹ ਲੇਡੀ ਨੇ ਇਹੀ ਕੰਮ ਕਰਨਾ, ਉਹਦਾ ਕਿੱਤਾ ਕਿਸੇ ਦਾ ਵੀ, ਆਪਣੀ ਗਰਲਫਰੈਂਡ ਲਾ ਲਓ, ਪ੍ਰੋਸਟੀਟਿਊਟ ਲਾ ਲਓ, ਬਾਜ਼ਾਰ 'ਚ ਚਲਿਆ ਗਿਆ, ਹਰ ਚੀਜ਼ ਬਾਜ਼ਾਰ 'ਚ ਵਿਕਾਊ ਹੈ, ਔਰ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਕਿਸੇ ਲੜਕੀ ਕੋਲੇ ਚਲਿਆ ਗਿਆ, ਜਦੋਂ ਤੁਸੀਂ 2 ਮਹੀਨੇ 4 ਮਹੀਨੇ ਬਾਅਦ ਸੈਕਸ ਕਰਨਾ ਹੈ, ਤਾਂ ਨੈਚੁਰਲ ਗੱਲ ਹੈ ਵੀ ਤੁਹਾਡਾ ਟਾਈਮ ਲੱਗਣਾ ਹੀ ਨਹੀਂਗਾ। ਹੁਣ ਤੁਹਾਡਾ ਨਹੀਂ ਟਾਈਮ ਲੱਗਿਆ, ਤਾਂ ਉਹ ਲੜਕੀ ਨੇ ਜਾਂ ਜਨਾਨੀ ਨੇ ਤੁਹਾਨੂੰ ਇਹ ਗੱਲ ਕਹਿਤੀ ਵੀ ਤੇਰੇ ਤੋਂ ਹੁੰਦਾ ਕੁਛ ਨਹੀਂ। ਜਿਹੜਾ ਥੋਟ ਉਸ ਬੱਚੇ ਦੇ ਦਿਮਾਗ ਦੇ ਵਿੱਚ ਫਿੱਟ ਕਰਤਾ, ਉਹ ਵਾਸ਼ ਕਿਵੇਂ ਹੋਊਗਾ ਜੀ। ਉਹ ਇਕੱਲੇ ਇੱਕ ਥੋਟ ਨੇ, ਮੈਂ ਤੁਹਾਨੂੰ ਹਜ਼ਾਰਾਂ ਮਰੀਜ਼ ਮਿਲਾ ਸਕਦਾ ਜਿਹੜਾ ਇਕੱਲੇ ਇੱਕ ਥੋਟ ਦੇ ਮਰੀਜ਼ ਬਣਾਏ ਹੋਏ ਮਰੀਜ਼ ਹੈ ਨਹੀਂ, ਕੋਈ ਮੈਡੀਸਨ ਦੀ ਉਹਨਾਂ ਨੂੰ ਲੋੜ ਨਹੀਂ, ਬਿਲਕੁਲ ਪਰਫੈਕਟ ਨੇ। ਲੇਕਿਨ ਉਹ ਛੋਟੇ ਜਿਹੇ ਥੋਟ ਨੇ ਵੀ ਵੈਦ ਸਾਹਿਬ ਮੇਰੇ ਤੋਂ ਕੁਛ ਹੋਣਾ ਨਹੀਂ। ਮੈਂ ਕਿਸੇ ਕੋਲ ਗਿਆ ਸੀ, ਉਹ ਚੈੱਕ ਕਰਨ ਵਾਲਾ ਬੰਦਾ ਸੀਗਾ। ਜਦੋਂ ਤੁਸੀਂ ਇੱਕ ਗ੍ਰਸਤੀ ਜਨਾਨੀ ਨਾਲ, ਆਪਣੀ ਵਾਈਫ ਨਾਲ ਸੈਕਸ ਕਰਨਾ ਗਾ, ਉਹ ਪਰਿਵਾਰ ਹੋਰ ਹੈ, ਉਹਨੂੰ ਉਨੀ ਸਮਝ ਹੈ ਨਹੀਂ, ਉਹਨੇ ਉਸ ਸੰਸਕਾਰਾਂ ਦੇ ਨਾਲ ਤੁਹਾਡੇ ਨਾਲ ਜ਼ਿੰਦਗੀ ਜਿਉਣੀ ਆ। ਇੱਕ ਬੰਦੇ ਨੇ ਕੰਮ ਕਰਨ ਵਾਲੇ ਨੇ, ਉਹਨੇ ਉਸੇ ਧੰਦੇ ਨਾਲ ਕੰਮ ਕਰਨਾ ਗਾ। ਉਹ ਦੋਨੇ ਚੀਜ਼ਾਂ ਦਾ ਫਰਕ ਆ। ਇਹ ਚੀਜ਼ਾਂ ਕੀ ਅਸੀਂ ਆਪਣੇ ਬੱਚੇ ਨੂੰ ਸਮਝਾਈਆਂ? ਕੀ ਅਸੀਂ ਕਦੇ ਆਪਣੇ ਬੱਚੇ ਨੂੰ ਕਿਹਾ ਵੀ ਪੁੱਤ ਦੇਖੀ, ਜਿਹੜੀ ਤੂੰ ਗਰਲਫਰੈਂਡ ਬਣਾਉਣ ਲੱਗਿਆਗਾ, ਕਿਸੇ ਇਹੋ ਜਿਹੀ ਗਰਲਫਰੈਂਡ, ਮੈਂ ਤੁਹਾਨੂੰ ਇੱਕ ਸਿੰਪਲ ਉਦਾਹਰਨ ਦਿੰਦਾ। ਮਹਾਰਾਜਾ ਔਰੰਗਜ਼ੇਬ ਸੁਣਿਆ ਹੋਣਾ ਤੁਸੀਂ। ਔਰੰਗਜ਼ੇਬ ਤੋਂ ਪਿਛਲੀਆਂ ਕਿਤਾਬਾਂ ਪੜ੍ਹ ਕੇ ਦੇਖੋ ਤੁਸੀਂ, ਜਿੰਨੀਆਂ ਕਿਤਾਬਾਂ ਤੁਸੀਂ ਪੜ੍ਹੋਗੇ ਉਹਦੇ 'ਚ ਤੁਹਾਨੂੰ ਧਰਮ ਦਿੰਦਾ ਗਾ ਵੀ ਬਹੁਤ ਧਰਮੀ ਰਿਲੇਟਡ ਰਾਜੇ ਹੋਏ ਆ ਉਹ। ਔਰੰਗਜ਼ੇਬ ਨੇ ਇੱਕ ਕੋਠੇ ਵਾਲੀ ਜਨਾਨੀ ਨਾਲ ਵਿਆਹ ਕਰਾ ਲਿਆ ਸੀ। ਇੱਕ ਜਨਾਨੀ ਗਲਤ ਆਈ ਨਾ, ਤੇ ਕਿਹੋ ਜਿਹੀ ਮੱਤ ਮਾਰਤੀ ਉਹਦੀ, ਤੇ ਅੱਜ ਔਰੰਗਜ਼ੇਬ ਦਾ ਵੀ ਨਾਸ ਹੋ ਗਿਆ। ਮੁਸਲਿਮ ਵੀ ਜਿਹੜੇ ਸੱਚੇ ਨੇ ਉਹ ਵੀ ਮੰਨਦੇ ਵੀ ਕਿਹੋ ਜਿਹਾ ਰਾਜਾ ਸੀਗਾ ਜਿਹਨੇ ਛੋਟੇ ਛੋਟੇ ਸਾਹਿਬਜ਼ਾਦੇ ਕੰਧਾਂ ਦੇ ਵਿੱਚ ਚਿਣਤੇ। ਤੁਹਾਡੇ ਘਰ ਦੇ ਵਿੱਚ ਕਿਹੜਾ ਪਰਿਵਾਰ ਦਾ ਜੀ ਆ ਰਿਹਾ ਔਰ ਕਿਹੋ ਜਿਹਾ ਜੀ ਆ ਰਿਹਾ, ਇਹ ਵੀ ਬਹੁਤ ਵੱਡੀ ਗੱਲ। ਅੱਜ ਹਜ਼ਾਰਾਂ ਪੇਸ਼ੈਂਟ ਜਿਹੜੇ ਸਾਡੇ ਕੋਲੇ ਆਉਂਦੇ ਆ, ਉਹ ਇਸ ਵਿਸ਼ਵਾਸ 'ਤੇ ਆਉਂਦੇ ਆ। ਔਰ ਸਾਡੀ ਬੇਟਾ ਮੇਰਾ ਕੋਲੇ, ਮੈਂ ਕੰਮ ਕਰਨਾ ਕਿਹਨਾਂ ਲਈ ਆ? ਸੱਚੇ ਪਾਤਸ਼ਾਹ ਦੀ ਕਿਰਪਾ, ਜਿੰਨਾ ਕੁਛ ਦਿੱਤਾ ਮਹਾਰਾਜ ਨੇ, ਬੜੀ ਮਿਹਰ ਆ ਸੱਚੇ ਪਾਤਸ਼ਾਹ ਦੀ, ਜਿੰਨੇ ਉਹਨੇ ਪਰਦੇ ਢਕੇ ਆ।
ਪਰ ਕੋਸ਼ਿਸ਼ ਹੈ ਕਿ ਜੇ ਮੈਂ ਆਪਣੇ ਬੱਚੇ ਨੂੰ ਪਿਆਰ ਕਰਦਾ ਐਵੇਂ ਮੈਂ ਲੋਕਾਂ ਦੇ ਬੱਚਿਆਂ ਨੂੰ ਪਿਆਰ ਕਰਦਾ ਕਿ ਨਾ ਯਾਰ ਤੁਹਾਡੇ ਮਾਪੇ ਨਾਲ ਧੋਖਾ ਕਰ ਰਹੇ ਹੋ। ਮੈਂ ਜਦੋਂ ਕਹਿੰਦਾ ਵੀ ਤੂੰ ਆਪਣੇ ਡੈਡੀ ਨੂੰ ਦੱਸ, ਇਹ ਤੂੰ ਦਵਾਈ ਲੈਣ ਆਇਆ, ਪੈਸੇ ਕਿੱਥੋਂ ਲੈ ਕੇ ਆਏਗਾ, ਤੇਰੇ ਡੈਡੀ ਨੂੰ ਪਤਾ। ਜਦੋਂ ਮੈਨੂੰ ਕਹਿੰਦਾ ਗਾ, ਮੈਂ ਤੁਹਾਨੂੰ ਇੱਕ ਸਿੰਪਲ ਉਦਾਹਰਨ ਹੋਰ ਦੇਵਾਂ। ਮੇਰੇ ਕੋਲ ਇੱਕ ਸਟੂਡੈਂਟ ਆ ਗਿਆ 18 ਸਾਲ ਦਾ, ਤੇ ਮੈਨੂੰ ਕਹਿੰਦਾ ਵੈਦ ਸਾਹਿਬ ਸਾਂਡੇ ਦਾ ਤੇਲ ਚਾਹੀਦਾ। ਮੈਂ ਕਿਹਾ ਨਾ ਪੁੱਤ, ਇਹ ਤੇਲ ਤਾਂ ਲਈਦਾ ਨਹੀਂ ਹੁੰਦਾ। ਕਹਿੰਦਾ ਕਿਉਂ ਜੀ? ਕਹਿੰਦਾ ਮੈਨੂੰ ਕਿਸੇ ਮੇਰੇ ਦੋਸਤ ਨੇ ਦੱਸਿਆ। ਮੈਂ ਕਿਹਾ ਨਾ ਪੁੱਤ, ਮੈਂ ਉਹਨੂੰ ਸਾਂਡੇ ਦਾ ਤੇਲ ਵੇਚ ਨਹੀਂ ਸਕਦਾ ਕਿ ਮੈਨੂੰ ਬਣਾਉਣਾ ਨਹੀਂ ਆਉਂਦਾ, ਜਾਂ ਮੈਂ ਲੋਕਾਂ ਨੂੰ, ਬੱਚਿਆਂ ਨੂੰ ਗੁੰਮਰਾਹ ਨਹੀਂ ਕਰ ਸਕਦਾ ਵੀ ਇੰਦਰੀ ਵੱਡੀ ਹੋ ਸਕਦੀ ਹੈ। ਮੈਂ ਕਿਉਂ ਵਿਰੋਧ ਕਰਦਾ? ਇੱਕ 20 ਸਾਲ ਦਾ ਨਿਆਣਾ, ਉਹ ਮੇਰਾ ਬੱਚਾ ਵੀ ਹੋ ਸਕਦਾ, ਕਿਸੇ ਦਾ ਵੀ ਹੋ ਸਕਦਾ, ਜਦੋਂ ਉਹ ਤੇਲ ਲਾ ਕੇ ਇੰਦਰੀ 'ਤੇ ਛੇੜਖਾਨੀ ਕਰਦਾ। ਅੱਜ ਕਿਉਂ ਸਾਡੇ ਜਵਾਕ ਨਸ਼ੇੜੀ ਹੋ ਗਏ? ਕਿਉਂ ਹੱਥ ਰੱਸੀ ਦੀ ਆਦਤ ਪੈ ਗਈ? ਇੱਕ ਵਾਰ ਦਾ ਹੱਥ ਰੱਸੀ ਦਾ ਚਸਕਾ ਪਿਆ ਤੇ ਜ਼ਿੰਦਗੀ ਬਰਬਾਦ ਹੋ ਗਈ ਲੋਕਾਂ ਦੀ। ਕੌਣ ਜ਼ਿੰਮੇਵਾਰ ਹੈ? ਔਰ ਇਹ ਸਵਾਲ, ਮੇਰੇ ਸਵਾਲ ਦਾ ਬਹੁਤ ਲੋਕਾਂ ਨੇ ਮੇਰਾ ਮਜ਼ਾਕ ਉਡਾਇਆ। ਬੜੇ ਬੰਦਿਆਂ ਨੇ ਮੇਰੀਆਂ ਵੀਡੀਓ, ਚੰਗੀਆਂ ਵੀ ਵੀਡੀਓ ਬਹੁਤ ਵਾਇਰਲ ਕੀਤੀਆਂ ਇੰਸਟਾਗ੍ਰਾਮ ਤੋਂ, ਵਿੱਚ ਲੋਕਾਂ ਨੇ ਚਿੱਟੀ ਦਾੜੀ, ਧੌਲੀ ਦਾੜੀ ਹੋਰ ਦੱਸਿਆ। 65 ਸਾਲ ਦਾ ਬੰਦਾ ਤਾਂ ਬਜ਼ੁਰਗ ਸੈਕਸ ਕਰੀ ਜਾਂਦਾ, ਮੇਰੀ ਤਾਂ 45 ਸਾਲ ਦੀ ਉਮਰ ਹੈ। ਚਿੱਟੀ ਦਾੜੀ, ਕਾਲੀ ਦਾੜੀ ਨਾਲ ਸੈਕਸ ਦੀ ਗੱਲ ਨਹੀਂ, ਪਰ ਮੈਂ ਇੱਕ ਗੱਲ ਇੱਥੇ ਗਰੰਟੀ ਦੇ ਤੌਰ 'ਤੇ ਕਹਿ ਸਕਦਾ ਗਾ ਵੀ ਕਾਮ ਤੋਂ ਫਤਿਹ ਨਹੀਂ ਕੋਈ ਬੰਦਾ ਪਾ ਸਕਦਾ। ਕਾਮ, ਕ੍ਰੋਧ, ਸੱਚੇ ਪਾਤਸ਼ਾਹ ਨੇ ਕਿੱਡੇ ਕਿੱਡੇ ਨਾਮ ਜਪਾਏ ਆ ਲੋਕਾਂ ਨੂੰ। ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਤੁਸੀਂ ਕਾਮ ਤੋਂ ਫਤਿਹ ਨਹੀਂ ਪਾ ਸਕਦੇ। 60 ਸਾਲ ਦੇ ਬਜ਼ੁਰਗ ਦੇ ਅੰਦਰ ਵੀ ਕਾਮ ਵਾਸ਼ਨਾ ਜਾਗਣੀ ਹੈ, ਉਹਨੂੰ ਦੂਰ ਨਹੀਂ ਕੀਤਾ ਜਾ ਸਕਦਾ। ਪਰ ਜਿਹੜੇ ਫੁਕਰੇ ਨੇ, ਜਿਨ੍ਹਾਂ ਕੋਲ ਹੈ ਹੀ ਕੁਛ ਨਹੀਂ, ਜਿਨ੍ਹਾਂ ਦੇ ਪੱਲੇ ਹੀ ਕੱਖ ਨਹੀਂ ਗਾ, ਉਹਨਾਂ ਲੋਕਾਂ ਦਾ ਕੰਮ ਇਹੀ ਕੀਤਾ, ਉਹਨਾਂ ਨੇ ਨਕਲੀ ਤਕਲੀ ਗੱਲਾਂ ਬਣਾਉਣੀਆਂ ਨੇ, ਉਹਨਾਂ ਦਾ ਧਰਮ ਹੈ। ਜਿਹੜੇ ਲੋਕ ਮੇਰੇ ਨਾਲ ਨਸ਼ੇ ਦੀ ਗੱਲ ਕਰਦੇ, ਮੈਂ ਲੋਕਾਂ ਨੂੰ ਇਹ ਕਹਿੰਦਾ ਵੀ ਫੀਮ ਖਾਣੀ ਆ, ਉਹ ਕਹਿੰਦੇ ਹਾਂਜੀ ਖਾਣੀ ਆ। ਮੈਂ ਕਿਹਾ ਫਿਰ ਆਪਣੇ ਪ੍ਰਾਹੁਣੇ ਨੂੰ ਪਹਿਲਾਂ ਲਾਓ। ਜਿਹੜਾ ਪ੍ਰਾਹੁਣਾ ਤੁਸੀਂ ਆਪਣੀ ਕੁੜੀ ਵਾਸਤੇ ਦੇਖਣਾ, ਪਹਿਲਾਂ ਉਹਨੂੰ ਪੁੱਛੋ ਵੀ 5-4 ਸਟਾਕਾਂ ਫੀਮ ਖਾ ਲੈਂਦਾ। ਹੁਣ ਜਦੋਂ ਤੁਸੀਂ ਸੱਚ ਬੋਲਣਾ ਗਾ ਤਾਂ ਜਿਵੇਂ ਤਵੇ 'ਤੇ ਠੰਡਾ ਪਾਣੀ ਪੀਂਦਾ ਐਂ ਮੱਚਦਾ ਬੰਦਾ। ਕਿਉਂ ਮੱਚਦਾ ਬਈ? ਜੇ ਤੂੰ ਕਹਿੰਦਾ ਫੀਮ ਖਾ ਲਾ, ਲੋਕਾਂ ਦੇ ਨਿਆਣਿਆਂ ਨੂੰ ਤਾਂ ਤੂੰ ਕਹਿੰਦਾ ਫੀਮ ਖਾ ਲਾ, ਤੇ ਫਿਰ ਖਵਾ ਆਪਣੇ ਪ੍ਰਾਹੁਣੇ ਨੂੰ। ਆਪਦੇ ਪ੍ਰਾਹੁਣੇ ਦੇ ਵਾਸਤੇ ਗੱਲ ਹੋਰ ਆ ਤੇ ਲੋਕਾਂ ਦੇ ਨਿਆਣਿਆਂ ਵਾਸਤੇ ਗੱਲ ਹੋਰ ਆ। ਦੋ ਗੱਲਾਂ ਇਕੱਠੀਆਂ ਕਦੇ ਨਹੀਂ ਹੋ ਸਕਦੀਆਂ। ਜੀ। ਸੋ ਤਰਨਪ੍ਰੀਤ, ਇੱਕ ਹੋਰ ਸਵਾਲ ਹੈ ਤੁਹਾਡੇ ਕੋਲੋਂ, ਤੇ ਜਦੋਂ ਇਦਾਂ ਦੀਆਂ ਗੱਲਾਂ ਤੁਸੀਂ ਸੁਣਦੇ ਹੋ ਤੇ ਤੁਹਾਡੇ ਮਨ ਦੇ ਉੱਤੇ ਕਿਹੋ ਜਿਹਾ ਅਸਰ ਪਿਆ ਜਦੋਂ ਤੁਹਾਨੂੰ ਐਜੂਕੇਸ਼ਨ ਵਾਲੇ ਪਾਸੇ ਤੋਰਿਆ, ਗ੍ਰਸਤੀ ਵਾਲੇ ਪਾਸੇ, ਸੈਕਸ ਐਜੂਕੇਸ਼ਨ ਵਾਲੇ ਪਾਸੇ ਤੋਰਿਆ? ਅੱਜ ਕੱਲ੍ਹ ਦੇ ਨੌਜਵਾਨ ਹਿਚਕਚਾਉਂਦੇ ਨੇ ਗੱਲਬਾਤ ਕਰਦੇ ਆ ਆਪਣੇ ਫਾਦਰ ਸਾਹਿਬ ਨਾਲ, ਆਪਣੇ ਪਿਤਾ ਨਾਲ, ਤੇ ਫਿਰ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਜਦੋਂ ਤੁਹਾਡੇ ਐਜੂਕੇਸ਼ਨ ਵਾਲੇ ਪਾਸੇ ਚੱਲ ਰਹੇ ਸੀ? ਮਤਲਬ ਉਸ ਵੇਲੇ ਅੰਦਰ ਕੀ ਚੱਲ ਰਿਹਾ ਸੀ ਤੁਹਾਡੇ, ਜਦੋਂ ਸਭ ਤੋਂ ਪਹਿਲੀ ਵਾਰ ਇਸ ਵਿਸ਼ੇ 'ਤੇ ਤੁਹਾਡੀ ਫਾਦਰ ਸਾਹਿਬ ਨਾਲ ਗੱਲਬਾਤ ਹੋਈ ਹੈ? ਪਹਿਲੀ ਚੀਜ਼ ਜਿਹੜੀ ਸਭ ਤੋਂ ਫਸਟ ਟਾਈਮ ਜਿਹੜੀ ਹੋਈ ਹੈ, ਸਿਚੁਏਸ਼ਨ ਹੋਈ ਸੀ, ਉਹ ਇਹ ਹੋਈ ਸੀਗੀ ਵੀ ਮੈਨੂੰ ਸਮਝ ਨਹੀਂ ਆ ਰਿਹਾ ਸੀਗਾ। ਹਾਲਾਂਕਿ ਫਾਦਰ ਸਾਹਿਬ ਨੇ ਕਿਹਾ ਹੋਇਆ ਸੀ ਵੀ ਬੇਟਾ ਇਹ ਲਾਈਫ ਦਾ ਪਾਰਟ ਆ, ਇੱਦਾਂ ਦੀ ਸਿਚੁਏਸ਼ਨ ਆਉਣ ਵਾਲੇ ਟਾਈਮ 'ਚ ਕ੍ਰੀਏਟ ਹੋ ਸਕਦੀ ਹੈ, ਜੇਕਰ ਹੁੰਦੀ ਆ ਤੂੰ ਮੇਰੇ ਕੋਲੇ ਆ ਕੇ ਜ਼ਰੂਰ ਜ਼ਿਕਰ ਕਰਨਾ। ਪਰ ਇੱਕ ਮਤਲਬ ਸੁਸਾਇਟੀ ਇਸ ਤਰ੍ਹਾਂ ਦੀ ਆਪਣੀ, ਵੀ ਉਹ ਆਸ-ਪਾਸ ਗੱਲਾਂ ਸੁਣੀਆਂ ਵੀ ਇੱਦਾਂ ਉੱਦਾਂ, ਜਿੱਦਾਂ ਦੀਆਂ ਆਪਾਂ ਸਾਰੇ ਸਮਝਦੇ ਹਾਂ ਕਿਸ ਤਰ੍ਹਾਂ ਦੀਆਂ ਗੱਲਾਂ, ਵੀ ਉਹ ਚੀਜ਼ਾਂ ਤੋਂ ਥੋੜ੍ਹਾ ਫਿਰ ਵੀ ਝਿਜਕ ਰਹੀ। ਬਟ ਅੱਜ ਦੀ ਡੇਟ ਦੇ ਵਿੱਚ ਇੰਨਾ ਕੌਨਫੀਡੈਂਸ ਆ ਵੀ ਮੇਰੇ ਨਾਲ ਕੋਈ ਸਿਚੁਏਸ਼ਨ ਵੀ ਕ੍ਰੀਏਟ ਹੋ ਜਾਵੇ, ਗ੍ਰਸਤ ਦੇ ਵਿੱਚ ਵੀ ਕੋਈ ਪ੍ਰੋਬਲਮ ਆ ਜਾਵੇ, ਉਹ ਇੱਕ ਉਹੀ ਗੱਲ ਆ ਗਈ ਨਾ, ਇੱਕ ਫੈਮਿਲੀ ਨੇ ਕੌਨਫੀਡੈਂਸ ਦਿੱਤਾ ਤੁਹਾਨੂੰ। ਹੁਣ ਇੱਕ ਫੈਮਿਲੀ ਦੇ ਵਿੱਚ ਕੌਨਫੀਡੈਂਸ ਹੀ ਇਹ ਆ ਵੀ ਤੁਸੀਂ ਕੰਚ ਤੋੜਦੇ ਤੇ ਘਸੁੰਨ ਪੈਣ ਲੱਗ ਗਏ, ਅਤੇ ਉਹ ਬੱਚੇ ਨੇ ਦੱਸਤਾ ਮੈਂ ਤਾਂ ਹੀ ਹੱਥ ਰੱਸੀ ਕਰਦਾ, ਉਹ ਤਾਂ ਫਿਰ ਚੰਮ ਲਾ ਦੇਣਗੇ ਉਹਦਾ। ਜੇ ਕੰਚ ਦੇ ਗਲਾਸ ਟੁੱਟੇ ਤੇ ਉਹਦੇ ਘਸੁੰਨ ਪੈ ਸਕਦੇ ਆ, ਅਤੇ ਹੱਥ ਰੱਸੀ ਕਰਦਾ ਬੱਚਾ ਕਵੇ ਵੀ ਮੇਰੇ ਤੋਂ ਹੀ ਗਲਤੀ ਹੋ ਗਈ। ਦੇਖੋ ਗਲਾਸ ਟੁੱਟਿਆ, ਬੱਚਾ ਕਹੂਗਾ ਜੀ ਮੇਰੇ ਤੋਂ ਗਲਾਸ ਟੁੱਟਿਆ, ਗਲਤੀ ਹੋ ਗਈ। ਵੱਧ ਤੋਂ ਵੱਧ ਕੀ ਕਹਿ ਦੂਗਾ ਵੀ ਦੱਸੋ ਜੀ ਕਿੰਨੇ ਦਾ, ਮੈਂ ਉਹ ਵੀ ਦੇ ਦਿੰਦਾ, ਜੇ ਇਸ ਹੱਦ ਤੱਕ ਗੱਲ। ਪਰ ਜਿਹੜਾ ਉਹ ਬੱਚੇ ਦਾ ਗਲਾਸ ਦੇ ਵਿੱਚ ਟੁੱਟਣ ਦੇ ਨਾਲ ਇੰਨਾ ਕੌਨਫੀਡੈਂਸ ਟੁੱਟ ਗਿਆ ਵੀ ਯਾਰ ਮੈਂ ਇਸ ਘਰ ਦੇ ਵਿੱਚ ਕੋਈ ਚੀਜ਼ ਟੁੱਟਦੀ ਆ, ਮੇਰੇ ਤੋਂ ਟੁੱਟਦੀ ਆ, ਤਾਂ ਮੇਰੇ ਘਰ ਦੇ ਮੈਨੂੰ ਕੁੱਟਦੇ ਆ, ਤਾਂ ਉਹ ਲਾਈਫ ਦੇ ਵਿੱਚ ਜਦੋਂ ਹੱਥ ਰੱਸੀ ਕਰੇਗਾ ਤਾਂ ਉਹ 110% ਉਹ ਪ੍ਰੈਫਰ ਕਰੇਗਾ ਜਿਹੜੇ ਉਹਦੇ ਫਰੈਂਡਸ ਨੇ। ਜਦੋਂ ਉਹ ਗੱਡੀ ਤੇਜ਼ ਚਲਾਉਂਦਾ ਉਹਦੇ ਫਰੈਂਡਸ ਕਹਿੰਦੇ ਆ ਯਾਰ ਕਿਆ ਬਾਤ ਆ। ਜਦੋਂ ਕੋਈ ਬੜੇ ਮੈਂ ਮੁੰਡੇ ਦੇਖੇ ਕੈਨੇਡਾ, ਉਹ ਸੁਲਫਾ ਖਿੱਚਦੇ ਸੀ, ਤਾਂ ਉਹ ਇੱਕ ਮੁੰਡਾ ਜਿਹੜਾ ਸੁਲਫਾ ਨਹੀਂ ਵੀ ਖਿੱਚਦਾ, ਉਹਦੇ ਨਾਲ ਦੇ ਦੋਸਤ ਜਦੋਂ ਉਹਨੇ ਇੱਕ ਵਾਰੀ ਸੁਲਫਾ ਖਿੱਚ ਕੇ ਛੱਡਿਆ ਤਾਂ ਨਾਲ ਦੇ ਦੋਸਤ ਕਹਿੰਦੇ ਕਿਆ ਬਾਤ ਆ। ਉਹ ਇੱਕ ਪੀਅਰ ਪ੍ਰੈਸ਼ਰ ਦੇ ਵਿੱਚ ਆ ਗਿਆ, ਇੱਕ ਵਾਈਬ ਦੇ ਵਿੱਚ ਆ ਗਿਆ, ਔਰ ਸੁੱਧ ਬੁੱਧ ਸਾਰੀ ਖੋ ਚੁੱਕਿਆ। ਤਾਂ 110% ਫਾਦਰ ਦੀ ਜਿਹੜੀ ਗਾਈਡੈਂਸ ਸੀ, ਕਿੰਨਾ ਕੁ ਉਸ ਚੀਜ਼ ਨੇ ਕੰਮ ਕੀਤਾ ਜਦੋਂ ਤੁਸੀਂ ਬਾਹਰ ਗਏ? ਤੁਹਾਡੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਜਿਹੜੀ ਬਤੌਰ ਦੋਸਤ ਵੀ, ਬਤੌਰ ਪਿਓ ਵੀ, ਜਿਹੜੀ ਉਹਨਾਂ ਦੀ ਗਾਈਡੈਂਸ ਰਹੀ, ਕਿੰਨਾ ਕੁ ਕੰਮ ਤੁਸੀਂ ਮੰਨਦੇ ਹੋ ਵੀ ਉਹ ਹੁਣ ਆ ਰਹੀ ਹਨ ਚੀਜ਼ਾਂ, ਵੀ ਜੇਕਰ ਮੇਰੇ ਫਾਦਰ ਸਾਹਿਬ
ਮੈਨੂੰ ਇਹ ਗੱਲਾਂ ਜ਼ਿੰਦਗੀ ਦਾ ਇਹ ਫਲਸਫਾ ਨਾ ਸਮਝਾਉਂਦੇ ਤਾਂ ਹੋ ਸਕਦਾ ਤੁਸੀਂ ਬਾਹਰ ਗਏ ਸੀ, ਇੱਥੇ ਵੀ ਤੁਸੀਂ ਵਿਚਰਦੇ ਹੋ ਤਾਂ ਬਹੁਤ ਵੱਡੀਆਂ ਸਮੱਸਿਆਵਾਂ ਨਾਲ ਤੁਸੀਂ ਜਿਹੜੇ ਰੂਬਰੂ ਹੋ ਸਕਦੇ ਸੀ। ਉੱਥੇ ਐਕਸਪੋਜ਼ਰ ਬਹੁਤ ਹੈ ਲਾਈਫ ਦੇ ਵਿੱਚ। 3rd ਕਲਾਸ ਦੇ ਵਿੱਚ ਜਦੋਂ ਸਾਨੂੰ ਹੋਸਟਲ ਲਾਈਫ ਦੇ ਵਿੱਚ ਛੱਡਤਾ, ਸ਼ਿਮਲੇ ਛੱਡਤਾ, ਦਿੱਲੀ ਰਿਹਾ ਮੈਂ, ਉੱਥੇ ਐਕਸਪਲੋਜਰ ਬਹੁਤ ਆ। ਕੋਵਿਡ ਸਕੂਲਸ ਦੇ ਵਿੱਚ ਪੜ੍ਹਿਆ, ਉੱਥੇ ਐਕਸਪਲੋਜਰ ਬਹੁਤ ਜ਼ਿਆਦਾ। ਬਟ ਇੱਕ ਉਹ ਸ਼ਬਦ ਵੀ ਇਕੱਲੇ ਜੰਮਿਆ ਇਕੱਲੇ ਮਰਨਾ, ਭਰੋਸਾ ਸੋਚ ਸਮਝ ਕੇ, ਉਹ ਚੀਜ਼ ਨੇ ਦਿਮਾਗ ਨੂੰ ਇਸ ਕਦਰ ਮਤਲਬ ਕੰਮ 'ਤੇ ਲਾਈ ਰੱਖਿਆ ਵੀ ਕਦੇ ਵੀ ਦਿਮਾਗ ਦੇ ਵਿੱਚ ਚੀਜ਼ਾਂ ਆਉਂਦੀਆਂ ਸੀਗੀਆਂ ਵੀ ਆਹ ਚੀਜ਼ ਆਏ ਆ। ਐਕਚੁਅਲ ਦੇ ਵਿੱਚ ਮੇਰੀ ਆਪਦੀ ਲਾਈਫ ਦੇ ਵਿੱਚ ਵੀ ਬੜੀ ਤਰ੍ਹਾਂ ਇਸ ਤਰ੍ਹਾਂ ਸਿਚੁਏਸ਼ਨ ਕ੍ਰੀਏਟ ਹੋਈਆਂ ਨੇ ਜਿੱਥੇ ਬਿਲਕੁਲ ਉਹ ਮਾਹੌਲ ਇਸ ਤਰ੍ਹਾਂ ਦਾ ਕ੍ਰੀਏਟ ਹੋ ਗਿਆ ਵੀ ਸ਼ਾਇਦ ਮੈਂ ਵੀ ਵਿੱਚ ਹੀ ਰੁੜ ਜਾਂਦਾ। ਉਹ ਸਿਚੁਏਸ਼ਨ ਹੋ ਜਾਂਦੀ ਆ, ਹਰ ਬੰਦੇ ਦੀ ਲਾਈਫ ਦੇ ਵਿੱਚ ਕ੍ਰੀਏਟ ਹੁੰਦੀਆਂ ਨੇ। ਬਟ ਫਰਕ ਕੀ ਰਹਿ ਗਿਆ ਵੀ ਜਿਹੜੇ ਰੁੜੀ ਜਾਂਦੇ ਆ ਅਤੇ ਤੁਸੀਂ ਉੱਥੇ ਆਪਦਾ ਦਿਮਾਗ ਰੋਕ ਕੇ ਸੋਚਿਆ ਵੀ ਕੀ ਮੈਨੂੰ ਇਹ ਚੀਜ਼ ਕਰ ਲੈਣੀ ਚਾਹੀਦੀ ਆ, ਜੇ ਮੈਂ ਕਰਦਾ ਆ ਤਾਂ ਕਿਤੇ ਜਿਹੜਾ ਮੈਂ ਅਸੂਲ ਜਿਹੜੇ ਜ਼ਿੰਦਗੀ ਦੇ ਆਪਦੇ ਬਣਾ ਕੇ ਬੈਠਾ ਆ ਵੀ ਮੈਂ ਆਹ ਲਾਈਫ ਦੇ ਮੇਰੇ ਅਸੂਲ ਨੇ, ਮੈਂ ਇਹ ਅਸੂਲਾਂ ਤੋਂ ਬਾਹਰ ਨਹੀਂ ਖੇਡਣਾ। ਸੋ ਇੱਥੇ ਤੁਸੀਂ ਆਪਣੇ ਫਾਦਰ ਸਾਹਿਬ ਨਾਲ ਕੰਮਕਾਰ ਦੇ ਵਿੱਚ ਜਿਹੜੀ ਹੱਥ ਵਟਾਉਂਦੇ ਹੋ, ਸਾਰੇ ਪਾਸੇ ਤੁਸੀਂ ਹੁਣ ਇਸੇ ਚੀਜ਼ ਨੂੰ ਅੱਗੇ ਵਧਾਉਣ ਵਾਸਤੇ, ਜਾਗਰੂਕਤਾ ਨੂੰ ਅੱਗੇ ਵਧਾਉਣ ਵਾਸਤੇ ਤੁਸੀਂ ਦੱਸ ਰਹੇ ਸੀ ਕਿ ਥਾਂ ਥਾਂ ਦੇ ਉੱਤੇ ਜਿਹੜੇ ਤੁਸੀਂ ਦਫ਼ਤਰ ਵੀ ਖੋਲ੍ਹੇ ਨੇ, ਕੰਸਲਟੈਂਸੀ ਜਿਹੜੀ ਤੁਸੀਂ ਕਰਵਾਉਂਦੇ ਹੋ ਡਾਕਟਰ ਸਾਹਿਬ ਜੀ ਉਹਨਾਂ ਦੀ। ਤੁਹਾਡੇ ਕੋਲ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਆਉਂਦੇ ਨੇ ਤੁਹਾਡੀ ਉਮਰ ਦੇ, ਅਤੇ ਕਿਉਂਕਿ ਉਹ ਤੁਹਾਡੇ ਨਾਲ ਜਿਹੜੀਆਂ ਗੱਲਾਂ ਕਰਦੇ ਨੇ, ਖੁੱਲ੍ਹ ਕੇ ਗੱਲਾਂ ਕਰਦੇ ਨੇ, ਤੁਸੀਂ ਮੈਨੂੰ ਦੱਸਿਆ ਵੀ ਹੈ ਨਾ, ਅਤੇ ਫਿਰ ਉਹ ਤੁਹਾਨੂੰ ਕੀ ਲੱਗਦਾ ਕਿੱਥੇ ਸਮੱਸਿਆ ਇਸ ਵੇਲੇ? ਸਮੱਸਿਆ ਉਹੀ ਹੈ ਨਾ, ਉਹ ਡਰ ਰਹੇ ਨੇ ਵੀ ਗਲਤੀ ਕਰਤੀ ਹੁਣ ਇਹ ਤੋਂ ਅਸੀਂ ਸ਼ਾਇਦ ਉੱਗ ਹੀ ਨਹੀਂ ਸਕਦੇ। ਆਪਾਂ ਇੱਕ ਜਿਵੇਂ ਛੋਟਾ ਜਿਹਾ ਉਦਾਹਰਣ ਮੈਂ ਆਪਦਾ ਪਰਸਨਲ ਐਗਜ਼ਾਮਪਲ ਦਿੰਦਾ ਵਾਂ। ਮੈਂ ਫਸਟ ਟਾਈਮ ਜਦੋਂ ਸਾਈਕਲ ਸਿੱਖਿਆ ਤਾਂ ਮੈਨੂੰ ਯਾਦ ਆ ਮੈਂ ਸਾਈਕਲ ਸਿੱਖਣਾ ਚਲਾਉਣਾ, ਚਲੋ ਮੈਨੂੰ ਉਹ ਨਹੀਂ ਯਾਦ ਮੈਂ ਕਿੰਨੀ ਵਾਰੀ ਡਿੱਗਿਆ ਜਾਂ ਕਈ ਵਾਰੀ, ਅਣਗਿਣਤ ਵਾਰੀ ਡਿੱਗਿਆ ਹੋਊਗਾ ਹਰੇਕ ਬੰਦਾ ਹੀ, ਕਿਉਂਕਿ ਆਪਾਂ ਉਦੋਂ ਗਿਣਤੀ ਕਰਦੇ ਨਹੀਂ ਤਾਂ ਅਣਗਿਣਤੀ ਹੋ ਗਿਆ। ਅਤੇ ਮੈਨੂੰ ਯਾਦ ਆ ਜਦੋਂ ਮੋੜ 'ਤੇ ਜਾ ਕੇ ਮੋੜਨਾ ਹੁੰਦਾ ਸੀ, ਉੱਥੇ ਜਾ ਕੇ ਮੇਰੇ ਤੋਂ ਪਤਾ ਨਹੀਂ ਕੀ ਸਿਚੁਏਸ਼ਨ ਕ੍ਰੀਏਟ ਹੁੰਦੀ ਸੀ, ਉਹ ਪਜ਼ਲ ਹੋ ਜਾਂਦਾ ਸੀ ਅਤੇ ਮੈਂ ਗਿਰ ਜਾਂਦਾ ਸੀ। ਗਿਰ ਵੀ ਜਾਂਦੇ ਸੀ, ਸੱਟਾਂ ਵੀ ਵੱਜਦੀਆਂ ਸੀ, ਘਰੇ ਆ ਕੇ ਘਰਦਿਆਂ 'ਚ ਇੱਕ ਟੈਨਸ਼ਨ ਦਾ ਮਾਹੌਲ ਵੀ ਹੁੰਦਾ ਸੀ ਵੀ ਬੱਚੇ ਦੇ ਸੱਟ ਵੱਜ ਗਈ। ਬਟ ਫਿਰ ਵੀ ਅੰਦਰੋਂ ਇੱਕ ਮਨ ਹੁੰਦਾ ਸੀਗਾ ਵੀ ਨਹੀਂ, ਸਾਈਕਲ ਤਾਂ ਸਿੱਖਣਾ। ਉਹ ਗਲਤੀ ਹੋ ਗਈ, ਸੱਟ ਵੱਜ ਗਈ, ਸਭ ਕੁਝ ਹੋ ਗਿਆ, ਬਟ ਉਹ ਚੀਜ਼ ਤੋਂ ਤੁਸੀਂ ਉੱਭਰ ਹੀ ਨਹੀਂ ਪਾ ਰਹੇ। ਇੱਕ ਸਾਈਕਲ ਦੇ ਉਦਾਹਰਨ ਤੋਂ ਆਪਾਂ ਪੂਰੀ ਲਾਈਫ ਇਹਦੇ ਨਾਲ ਅਟੈਚ ਕਰ ਸਕਦੇ ਹਾਂ। ਸੋ ਵੈਦ ਜੀ, ਜਿਸ ਤਰੀਕੇ ਨਾਲ ਖੁੱਲ੍ਹ ਕੇ ਉਹਦਾ ਗੱਲਾਂ ਕਰ ਰਿਹਾ, ਮੈਨੂੰ ਲੱਗਦਾ ਹੈ ਕਿ ਜੇਕਰ ਸਾਡੇ ਘਰਾਂ ਦੇ ਵਿੱਚ ਇਹ ਰਿਵਾਜ਼ ਹੋ ਜੇ, ਰੀਤ ਹੋ ਜੇ ਕਿ ਅਸੀਂ ਆਪਣੇ ਪਿਓ ਨੂੰ, ਆਪਣੇ ਵੱਡਿਆਂ ਨੂੰ ਆਪਣਾ ਹਮਰਾਜ਼ ਬਣਾ ਲਈਏ, ਤਾਂ ਮੈਨੂੰ ਲੱਗਦਾ ਕਿ ਜਿਹੜੀ ਆਰਥਿਕਤਾ, ਜਿਹੜੀ ਲੁੱਟ ਹੈਗੀ ਹੈ, ਹਜ਼ਾਰਾਂ ਰੁਪਏ ਜਿਹੜੇ ਵੈਦ ਨੇ ਉਹ ਲਈ ਜਾਂਦੇ ਨੇ, ਡਾਕਟਰ ਨੇ ਲਈ ਜਾਂਦੇ ਨੇ, ਜਿਹੜੇ ਸੜਕਾਂ 'ਤੇ ਬੈਠੇ ਨੇ ਉਹ ਵੀ ਮਹਾਰਾਜਾ ਵਾਲੇ ਜਿਹੜਾ ਫਾਰਮੂਲਾ ਤਿਆਰ ਕਰੀ ਜਾ ਰਹੇ ਨੇ। ਅਤੇ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਅਸੀਂ ਘਰਾਂ ਦੇ ਵਿੱਚ ਅਜਿਹਾ ਸੁਖਾਵਾਂ ਮਾਹੌਲ ਬਣਾਈਏ ਜਿੱਥੇ ਬੱਚਾ ਆਪਣੇ ਪਿਓ ਨਾਲ ਹਰ ਗੱਲ ਡਿਸਕਸ ਕਰ ਸਕੇ, ਜ਼ਿੰਦਗੀ ਦੇ ਫਲਸਫੇ ਨੂੰ ਸਮਝ ਸਕੇ, ਅਤੇ ਫਿਰ ਤੁਹਾਡੇ ਕੋਲ ਜਿਹੜੇ ਲੋਕ ਇੱਥੋਂ ਆਉਂਦੇ ਨੇ, ਯੋਧੇ ਤੋਂ ਫਿਲਟਰ ਹੋ ਕੇ ਤੁਹਾਡੇ ਕੋਲ ਲੋਕ ਆਉਂਦੇ ਨੇ, ਨੌਜਵਾਨ ਮੁੰਡੇ ਕੁੜੀਆਂ ਆਉਂਦੇ ਨੇ ਤੁਹਾਡੇ ਕੋਲ, ਅਤੇ ਘਰ ਦੇ ਵਿੱਚ ਫਿਰ ਬਿਟੀਆ ਵੀ ਹੈਗੀ ਹੈ, ਅਤੇ ਬਿਟੀਆ ਨੂੰ ਮਾਂ ਵੱਲੋਂ ਇਸੇ ਤਰੀਕੇ ਦੀ ਜਿਹੜੀ ਸਿੱਖਿਆ ਉਹ ਦਿੱਤੀ ਜਾਂਦੀ ਹੈ। ਫਰੂਕੀ ਸਾਹਿਬ ਦੇਖੋ, ਜਿਹੜੀਆਂ ਸਾਡੀਆਂ ਬੇਟੀਆਂ ਨੇ, ਜਿਹੜੀਆਂ ਸਾਡੇ ਸਮਾਜ ਦੀਆਂ ਬੇਟੀਆਂ, ਉਹ ਸਾਡੀਆਂ ਬੇਟੀਆਂ ਨੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਜੋਧੇ ਨੇ ਜਿਵੇਂ ਗੱਲ ਕੀਤੀ ਆ ਵੀ ਸਾਈਕਲ ਤੋਂ ਡਿੱਗਿਆ ਬੱਚਾ, ਅਸੀਂ ਨਾ ਜੀ ਜਦੋਂ ਜੋਧਾ ਡਿੱਗਣ ਲੱਗ ਗਿਆ ਅਤੇ ਹਰ ਦਿਵਾਲੀ 'ਤੇ ਇਹਦੇ ਸੱਟ ਵੱਜਿਆ ਕਰੇ। ਮੈਂ ਇਹਨੂੰ ਪਹਿਲੀ ਵਾਰ ਸਾਈਕਲ ਲਿਆ ਕੇ ਦਿੱਤਾ, ਟੁੱਟ ਗਿਆ, ਦੂਸਰੀ ਵਾਰ ਫਿਰ ਲਿਆਤਾ। ਇਹਦੇ ਮਦਰ ਕਹਿਣ ਵੀ ਤੁਸੀਂ ਸਾਈਕਲ ਲਿਆ ਕੇ ਕਿਉਂ ਦਿੰਦੇ? ਮੈਂ ਕਿਹਾ ਕੋਈ ਗੱਲ ਨਹੀਂ, ਡਿੱਗਦਾ ਕੋਈ ਗੱਲ ਨਹੀਂ, ਸਾਰੀ ਦੁਨੀਆ ਡਿੱਗ ਕੇ ਸਵਾਰ ਹੋਈ ਹੈ, ਪਰ ਜਿਹੜੇ ਬਹੁਤੇ ਡਿੱਗੇ ਨੇ ਉਹ ਬਹੁਤੇ ਸੰਭਲੇ ਨੇ। ਜਿਹੜੇ ਬੰਦੇ ਡਿੱਗੇ ਹੀ ਨਹੀਂ, ਉਹ ਇੱਕ ਵਾਰ ਡਿੱਗਣਗੇ ਅਤੇ ਕਦੇ ਸੰਭਲ ਨਹੀਂ ਪਾਉਣਗੇ। ਜਦੋਂ ਤੁਸੀਂ ਡਿੱਗਦੇ ਹੋ ਤਾਂ ਤੁਹਾਨੂੰ ਸਮਝ ਆਉਂਦੀ ਵੀ ਉੱਠਣਾ ਕਿਵੇਂ ਆ, ਕਿਉਂਕਿ ਬਾਂਹ ਫੜ ਕੇ ਉਠਾਉਣ ਵਾਲੇ ਲੋਕ ਅੱਜ ਮਿਲਣੇ ਨਹੀਂ ਗਏ। ਮੇਰੇ ਟਾਈਮ 'ਚ ਮੇਰੇ ਦੋਸਤ ਜਿਹੜੇ ਰਹੇ ਆ ਉਹ ਅੱਜ ਵੀ ਮੇਰੇ ਦੋਸਤ ਆ, ਪਰ ਅੱਜ ਸਾਨੂੰ ਉਹੋ ਜਿਹੇ ਦੋਸਤ ਮਿਲਣੇ ਔਖੇ ਆ। ਅੱਜ ਦੋਸਤ ਮਿਲਦੇ ਆ ਕਿ ਇਹਦੇ ਤੋਂ ਪੈਸਾ ਕਿਵੇਂ ਖਾਧਾ ਜਾਵੇ, ਇਹਦੇ ਤੋਂ ਤਜਰਬਾ ਕਰਕੇ ਇਹਨੂੰ ਲੁੱਟਿਆ ਕਿਵੇਂ ਜਾਵੇ। ਅੱਜ ਦੋਸਤੀ ਇਹ ਆ। ਸਾਡੇ ਟਾਈਮ ਦੀ ਦੋਸਤੀ ਸੀ ਵੀ ਜਿਹਨੇ ਪੱਗ ਬਟਾ ਲਈ, ਪੱਤਲ ਦੇਣ ਵਾਲੇ ਦੋਸਤ ਕਿੱਥੋਂ ਰਹਿ ਗਏ। ਜਿਹੜੀ ਸਾਡੇ ਪਿੰਡ ਦੀ ਭੈਣ ਵਿਆਹੀ ਹੋਣੀ, ਕੁੜੀ ਵੀ ਸਾਡੇ ਪਿੰਡ ਦੀ ਕੁੜੀ ਵਿਆਹੀ ਹੋਣੀ, ਅਤੇ ਅਸੀਂ ਕਿਸੇ ਦੇ ਵਿਆਹ ਜਾ ਕੇ ਉੱਥੇ ਕਹਿਣਾ ਵੀ ਸਾਡੇ ਪਿੰਡ ਦੀ ਕੁੜੀ ਆ, ਪਹਿਲਾਂ ਆਪਾਂ ਰੋਟੀ ਉਹਨਾਂ ਦੇ ਕੇ ਆਉਣੀ, ਪੱਤਲ ਦੇ ਕੇ ਆਉਣੀ ਆ। ਅੱਜ ਉਹ ਸਮਾਜ ਦੇ ਵਿੱਚੋਂ ਦੂਰੀਆਂ ਚਲੀਆਂ ਗਈਆਂ। ਅੱਡੇ ਦੇ ਉੱਤੇ ਜੇ ਸਾਡੇ ਪਿੰਡ ਦੀ ਕੋਈ ਕੁੜੀ ਨੇ ਖੜੇ ਹੋਣਾ ਅਤੇ ਪੂਰੇ ਪਿੰਡ ਦੀ ਨਿਗਾਹ ਹੋਣੀ ਵੀ ਫਲਾਨਿਆਂ ਦੀ ਕੁੜੀ ਅੱਡੇ 'ਤੇ ਖੜੀ, ਉਹਨਾਂ ਦੇ ਘਰੇ ਦੱਸ ਕੇ ਆਓ ਭਾਈ ਉਹਨਾਂ ਦੀ ਕੁੜੀ ਕਾਹਤੋਂ ਖੜੀ ਆ। ਅੱਜ ਕਿਸੇ ਦਾ ਬੱਚਾ ਨਸ਼ਾ ਕਰ ਰਿਹਾ, ਜੇ ਤੁਸੀਂ ਉਹਦੇ ਘਰੇ ਲਾਂਭਾ ਦੇਣ ਜਾਂਦੇ ਹੋ ਤਾਂ ਗਾਂਹ ਤੋਂ ਉਹ ਕਹਿੰਦੇ ਵੀ ਤੂੰ ਸਾਲਾ ਲੱਗਦਾ ਸਾਡਾ,
ਤੂੰ ਕੌਣ ਹੈ ਸਾਡੇ ਘਰੇ ਲਾਂਭਾ ਦੇਣ ਵਾਲਾ। ਇਹ ਵੀ ਅਸੀਂ ਦੂਰੀਆਂ ਬਣਾ ਲਈਆਂ। ਦੂਸਰੇ ਨੰਬਰ 'ਤੇ ਸਾਡੀ ਸਿੱਖਿਆ ਦੇ ਵਿੱਚ ਜਿਹੜੀਆਂ ਸਾਡੀਆਂ ਮਾਵਾਂ ਸੀਗੀਆਂ ਉਹ ਸਭ ਤੋਂ ਪਹਿਲਾਂ ਸਾਨੂੰ ਸਿਖਾਉਂਦੀਆਂ ਰਹੀਆਂ। ਮੇਰੀ ਮਦਰ ਨੇ ਮੈਨੂੰ ਸਿਖਾਇਆ ਕਿ ਪੁੱਤ ਮਾਮੇ ਤੇਰੇ ਦੂਰ ਹੋ ਸਕਦੇ ਆ, ਮਾਸੀਆਂ ਤੇਰੀਆਂ ਦੂਰ ਹੋ ਸਕਦੀਆਂ, ਪਰ ਤੇਰੀ ਜਿਹੜੇ ਚਾਚੇ ਨੇ ਉਹ ਤੇਰੇ ਪਿਓ ਵਰਗੇ ਨੇ, ਉਹਨਾਂ ਦਾ ਧਿਆਨ ਰੱਖੀ। ਤੇਰੇ ਚਾਚੇ ਦੇ ਮੁੰਡੇ ਤੇਰੇ ਭਰਾ ਨੇ, ਇਹ ਤੇਰੇ ਨੇੜੇ ਆ। ਅੱਜ ਸਾਨੂੰ ਸਾਡੇ ਲੋਕ, ਸਾਡੇ ਘਰ ਦੇ ਬੰਦੇ ਸਿਖਾ ਰਹੇ ਆ ਵੀ ਇਹ ਤੇਰਾ ਸਭ ਤੋਂ ਵੱਡਾ ਸ਼ਰੀਕ ਆ। ਅਸੀਂ 2 ਬੇਟੇ ਪੈਦਾ ਕਰਨੋਂ ਕਾਹਤੋਂ ਬੰਦ ਕਰਤੇ ਵੀ ਸ਼ਰੀਕ ਬਣ ਜਾਊਗਾ। ਇਹ ਵੀ ਕਿਤੇ ਨਾ ਕਿਤੇ ਕਾਰਨ। ਤੀਸਰਾ ਸਭ ਤੋਂ ਵੱਡਾ ਕਾਰਨ ਕੀ ਹੈ? ਜਦੋਂ ਜੋਧਾ ਡਿੱਗਣ ਲੱਗ ਗਿਆ, ਮੈਂ ਘਰ ਦੀ ਗੱਲ ਤੁਹਾਨੂੰ ਆਪਦੀ ਸੁਣਾਉਣਾ। ਅਸੀਂ ਇਹਨੂੰ ਹੋਸਟਲ 'ਚ ਪਾਤਾ। ਸਾਡਾ ਸਭ ਤੋਂ ਨੇੜ ਦਾ ਦੋਸਤ ਸੀਗਾ ਇੰਦਰਜੀਤ ਜਵੱਦੀ ਤੋਂ, ਜਿਹੜਾ ਸਾਡਾ ਡਰਾਈਵਰ ਰਿਹਾ। 15 ਸਾਲ ਸਾਡੇ ਕੋਲ ਉਹਨੇ ਜੌਬ ਕੀਤੀ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਅਤੇ ਉਹ ਮੇਰੇ ਪਰਿਵਾਰ ਦੇ ਬਹੁਤ ਨੇੜੇ ਰਿਹਾ ਗਾ ਜੀ। ਸ਼ਿਮਲੇ ਜਾਂਦੇ ਸੀ, 1 ਮਹੀਨੇ ਬਾਅਦ ਪੇਰੈਂਟਸ ਮੀਟਿੰਗ ਸੀਗੀ। ਇੱਕ ਵਾਰੀ ਇੰਦਰਜੀਤ ਜੀ ਨੂੰ ਕੋਈ ਕੰਮ ਹੋ ਗਿਆ, ਅਸੀਂ ਸਵੇਰੇ 4 ਵਜੇ ਜਾਣਾ ਸੀਗਾ ਅਤੇ ਅਸੀਂ ਜਦੋਂ ਇੱਥੋਂ ਚਲੇ ਗਏ ਜੋਧੇ ਨੂੰ ਲੈਣ, ਬੇਟਾ ਬੇਟੀ ਨੂੰ ਦੋਨਾਂ ਨੂੰ ਅੱਡ ਹੋਸਟਲਾਂ 'ਚੋਂ ਲੈਣਾ। ਜਦੋਂ ਅਸੀਂ ਵਾਪਸੀ 'ਤੇ ਤੁਰੇ ਨਾ ਜੀ, ਤਾਂ ਮੈਨੂੰ ਆ ਕੇ ਸ਼ਿਮਲੇ ਤੋਂ ਅਸੀਂ ਗਿਆਨੀ ਦਾ ਢਾਬਾ ਉੱਥੇ ਕੁਮਾਰ ਹੱਟੀ, ਉੱਥੇ ਰੋਟੀ ਖਾਂਦੇ ਸੀ। ਉੱਥੋਂ ਇਹਨਾਂ ਨੂੰ ਟੱਕ ਟੁੱਕ ਸਮਾਨ ਸਮੂਨ ਸਾਰਾ ਲੈਤਾ। ਤਾਂ ਮੈਨੂੰ ਜੋਧਾ ਕਹਿੰਦਾ ਪਾਪਾ ਗੱਡੀ ਮੈਂ ਚਲਾਵਾਂ। ਮੈਂ ਕਿਹਾ ਤੂੰ ਗੱਡੀ ਕਿਹੜੇ ਟਾਈਮ ਸਿੱਖ ਗਿਆ ਵੀ? ਸਕੂਲ 'ਚ ਗੱਡੀ ਚਲਾਉਂਦੇ ਵੀ ਹਾਰਸ ਰਾਈਡਿੰਗ ਵਗੈਰਾ, ਘੋੜੇ ਚਲਾਉਣੇ ਤਾਂ ਸਿਖਾਉਂਦੇ। ਕਹਿੰਦਾ ਨਹੀਂ ਮੈਂ ਚਲਾਉਣਾ ਜੀ। ਮੈਂ ਕਿਹਾ ਨਹੀਂ ਪਹਾੜ ਆ ਹਜੇ, ਚੱਲਦੇ ਹਾਂ ਜੀ। ਅਸੀਂ ਚੰਡੀਗੜ੍ਹ ਟੱਪ ਕੇ ਜੀ, ਮੈਨੂੰ ਕਹਿੰਦਾ ਤੁਸੀਂ ਮੈਨੂੰ ਦਿਖਾਓ ਤਾਂ ਸਹੀ ਗੱਡੀ, ਮੈਂ ਚਲਾਉਣਾ ਜੀ। ਉਹ ਜਦੋਂ ਇਹ ਗੱਡੀ ਚਲਾ ਕੇ, ਮੈਂ ਨਾਲ ਦੀ ਸੀਟ 'ਤੇ ਬੈਠਾ, ਇਹਦੀ ਮਦਰ ਇਹਦੀ ਸਿਸਟਰ ਪਿੱਛੇ ਬੈਠੇ, ਅਤੇ ਗੱਡੀ ਫੋਰਚੂਨਰ ਜਦੋਂ ਇਹ ਲੈ ਕੇ ਅਸੀਂ ਲੁਧਿਆਣੇ ਆ ਗਏ, ਮੈਂ ਕਿਹਾ ਵੀ ਯਾਰ ਗੱਡੀ ਕਿਹੜੇ ਟਾਈਮ ਸਿੱਖ ਗਿਆ ਇਹ। ਹੌਲੀ ਹੌਲੀ ਚਲੋ ਮੈਂ ਦੂਜੇ ਦਿਨ ਮੇਰੇ ਦੋਸਤ ਵਾਂਗੂ ਰੱਖਿਆ ਹੋਇਆ ਸੀ ਇੰਦਰਜੀਤ, ਸਾਡਾ ਭਰਾ ਹੋ ਇੱਕ ਤਰ੍ਹਾਂ ਦਾ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਵੀ ਇੰਦਰਜੀਤ ਜੀ ਗੱਡੀ ਕਿਹੜੇ ਟਾਈਮ ਜੋਧਾ ਸਿੱਖ ਗਿਆ ਵੀ ਹੈ, ਛੋਟੀ ਜਿਹੀ ਕਲਾਸ 'ਚ ਵੀ ਐਵੇਂ ਮਾਰੂ ਕਾਸੇ 'ਚ। ਉਹ ਕਹਿੰਦਾ ਜੀ ਜਿੰਨੀ ਵਾਰ ਇਹਨੂੰ ਮੈਂ ਇੱਥੋਂ ਛੱਡਣ, ਕਿਉਂਕਿ ਛੱਡਣ ਉਹੀ ਜਾਂਦਾ ਹੁੰਦਾ ਸੀਗਾ ਜੀ ਬੱਚਿਆਂ ਨੂੰ, ਅਤੇ ਉਹ ਕਹਿੰਦਾ ਜੀ ਇਹ ਤਾਂ ਇੱਥੋਂ ਲੈ ਕੇ ਸ਼ਿਮਲੇ ਤੱਕ ਗੱਡੀ ਚਲਾ ਲੈਂਦਾ ਗਾ ਜੀ। ਹੋਰ ਜ਼ਿਆਦਾ ਕੌਨਫੀਡੈਂਸ ਵੱਧ ਗਿਆ। ਅੱਜ ਤੁਹਾਡਾ ਬੱਚਾ ਜੇ ਕਾਰ ਚਲਾਉਣੀ ਸਿੱਖਦਾ, ਤੁਸੀਂ ਉਹਨੂੰ ਅੱਜ ਵੀ ਟੋਕੀ ਜਾਂਦੇ ਹੋ ਤੇਜ਼ ਚਲਾਉਣਾ, ਘੱਟ ਚਲਾਉਣਾ। ਜਿਹੜੇ ਪਰਿਵਾਰ ਆਂਡਾ ਨਹੀਂ ਖਾਂਦੇ, ਮੀਟ ਨਹੀਂ ਖਾਂਦੇ, ਤੁਸੀਂ ਆਪਣੇ ਬੇਟੇ ਦੀ ਕਦੇ ਖੁਆਇਸ਼ ਪੁੱਛੀ ਆ ਵੀ ਤੂੰ ਆਂਡਾ ਖਾਣਾ ਚਾਹੁੰਦਾ, ਮੀਟ ਖਾਣਾ ਚਾਹੁੰਦਾ? ਮੈਂ ਖੁਦ ਗਵਾਹ, ਮੇਰੇ ਫਾਦਰ ਸਾਹਿਬ ਆਂਡਾ ਮੀਟ ਘਰੇ ਨਹੀਂ ਸੀ ਬਣਨ ਦਿੰਦੇ। ਅੰਦੌਰ ਅਸੀਂ ਪਲੇ ਹਾਂ, ਸਾਡੇ ਘਰ 'ਚ ਆਂਡਾ ਮੀਟ ਨਹੀਂ ਜਾਂਦਾ। ਪਰ ਮੈਂ ਦੇਖਿਆ ਗਾ ਵੀ ਸਾਡੇ ਨਾਲ ਦੇ ਰੇਹੜੀਆਂ ਤੋਂ ਆਂਡੇ ਖਾਏ ਜਾਂਦੇ ਸੀ। ਉਹ ਕਿਹੜਾ ਟੈਸਟ ਹੋਣੇ ਆ? ਜਿਹਨੂੰ ਤੁਸੀਂ ਪ੍ਰਮਾਤਮਾ ਮੰਨਦੇ ਹੋ, ਜਾਂ ਤਾਂ ਉਹਨੂੰ ਉਦੋਂ ਮੰਨੋ ਜੇ ਤੁਸੀਂ ਉਹਦੇ 'ਤੇ ਚਲਾ ਸਕਦੇ ਹੋ, ਅਦਰਵਾਈਜ਼ ਤੁਹਾਡਾ ਚਲਾਇਆ ਕਿਤੇ ਕੋਈ ਕੰਮ ਨਹੀਂ ਰਹਿੰਦਾ। ਜਦੋਂ ਤੁਸੀਂ ਪਰਿਵਾਰ ਦੇ ਨਾਲ ਜ਼ਿੰਦਗੀ ਜਿਉਣੀ ਆ, ਮੇਰਾ ਬੇਟਾ ਬੈਠਾ, ਬੇਟੀ ਬੈਠੀ ਆ, ਕਦੇ ਇਹਨਾਂ ਨੂੰ ਮੈਂ ਨੌਨ ਵੈਜ ਤੋਂ ਨਹੀਂ ਰੋਕਿਆ, ਕਦੇ ਮੈਂ ਪਰਿਵਾਰ ਤੋਂ ਨਹੀਂ ਕਿਸੇ ਨੂੰ ਰੋਕਿਆ। ਕਿਉਂ ਰੋਕਣਾ? ਜਿਹੜੀ ਚੀਜ਼ ਤੋਂ ਰੋਕਣ ਦੀ ਲੋੜ ਉਹਦੇ ਤੋਂ ਰੋਕਿਆ ਜਾ ਸਕਦਾ। ਆਂਡੇ ਮੀਟ ਤੋਂ ਤੁਸੀਂ ਰੋਕਦੇ ਹੋ ਅਤੇ ਕੱਲ੍ਹ ਨੂੰ ਜਾ ਕੇ ਅੱਜ ਥਾਵਾਂ 'ਤੇ ਰੈਸਟੋਰੈਂਟਾਂ 'ਚ ਨੌਨ ਵੈਜ ਮਿਲਦਾ, ਜਿੱਥੋਂ ਮਰਜ਼ੀ ਜਵਾਕ ਖਾ ਰਹੇ, ਔਰ ਖਾ ਰਹੇ ਨੇ। ਜਿਹੜੀਆਂ ਚੀਜ਼ਾਂ ਤੋਂ ਤੁਸੀਂ ਰੋਕ ਰਹੇ ਹੋ ਉਹ ਉਦੋਂ ਜ਼ਿਆਦਾ ਪਾਸੇ ਨੂੰ ਜਾ ਰਹੇ ਆ। ਪਰ ਸਮਝਣ ਵਾਲੀ ਗੱਲ ਇਹ ਆ ਕਿ ਜਦੋਂ ਬੱਚੇ ਨੂੰ ਪਹਿਲੇ ਦਿਨ ਤੋਂ ਲੈ ਕੇ ਵੱਡਾ ਕਰਨ ਤੱਕ ਤਾਂ ਅਸੀਂ ਸੋਝੀ ਦੇਤੀ, ਪੈਸੇ ਉਧਾਰ ਨਹੀਂ ਦੇਣੇ ਪਤਾ ਲੱਗ ਗਿਆ, ਚਾਚੇ ਤਾਇਆਂ ਦਾ ਪਤਾ ਲੱਗ ਗਿਆ, ਸ਼ਰੀਕ ਦਾ ਪਤਾ ਲੱਗ ਗਿਆ, ਪੈਸੇ ਸੰਭਾਲਣ ਦਾ ਪਤਾ ਲੱਗ ਗਿਆ, ਰਿਸ਼ਤੇਦਾਰੀਆਂ ਦਾ ਪਤਾ ਲੱਗ ਗਿਆ। ਫਿਰ ਐਜੂਕੇਸ਼ਨ ਜਿਹੜੀ ਸੈਕਸ ਵਾਲੀ ਦੇਣੀ ਸੀ ਉਹ ਗੁਆਂਢੀਆਂ ਨੇ ਦੇਣੀ ਹੈ। ਜਿੱਥੇ ਆ ਕੇ ਅਸੀਂ ਐਜੂਕੇਸ਼ਨ ਦੇਣੀ ਸੀ, ਜਿੱਥੋਂ ਦੀ ਜ਼ਿੰਦਗੀ ਸਟਾਰਟ ਹੋਣੀ ਸੀ, ਉੱਥੇ ਅਸੀਂ ਕਹਿੰਦੇ ਵੀ ਪਿਓ ਪੁੱਤ ਸੈਕਸ ਦੀ ਗੱਲ ਨਹੀਂ ਕਰ ਸਕਦੇ। ਅਤੇ ਉਦੋਂ ਪਿਛਲੀ ਸਿੱਖਿਆ ਉਹਦੇ ਕੰਮ ਕਿਹੜੀ ਹੋਣੀ ਹੈ? ਉਹਦੀਆਂ ਪੜ੍ਹੀਆਂ ਕਿਤਾਬਾਂ ਕੰਮ ਕਿਤੇ ਆਉਣੀਆਂ ਨੇ? ਜਿੱਥੇ ਬੈਠਾ ਬੱਚਾ, ਅੱਜ ਮੈਂ ਲੋਕਾਂ ਦੇ ਪਰਿਵਾਰ ਜਿਹੜੇ ਆ ਕੇ ਮੈਨੂੰ ਕਹਿੰਦੇ ਵੀ ਵੈਸੇ ਸਾਹਿਬ 6 ਮਹੀਨੇ ਹੋ ਗਏ ਵਿਆਹ ਹੋਏ ਨੂੰ, ਮੇਰੇ ਤੋਂ ਇੰਟਰਕੋਰਸ ਨਹੀਂ ਹੋ ਰਿਹਾ। ਉਸ ਐਜੂਕੇਸ਼ਨ ਦਿੱਤੀ ਅਸੀਂ ਸਾਨੂੰ। ਮੈਂ ਇੱਕ ਸੈਮੀਨਾਰ ਕਰਨ, ਵਿਚਾਲੇ ਰਹਿ ਗਈ ਸੀ ਗੱਲ ਆਪਣੀ, ਇੱਕ ਸੈਮੀਨਾਰ ਕਰਨ ਗਿਆ ਜੀ ਅਸੀਂ, ਸੈਕਸ ਐਜੂਕੇਸ਼ਨ ਦਾ ਇੱਕ ਕਾਲਜ ਦੇ ਵਿੱਚ ਸੈਮੀਨਾਰ ਸੀ। ਉਹਦੀ ਵੀਡੀਓ ਵੀ ਆਪਾਂ ਹੁਣ ਦਿਖਾਵਾਂਗੇ ਲੋਕਾਂ ਨੂੰ। ਉਸ ਸੈਮੀਨਾਰ ਦੇ ਵਿੱਚ ਜਦੋਂ ਅਸੀਂ ਸੈਕਸ ਐਜੂਕੇਸ਼ਨ ਦੀ ਗੱਲ ਕਰੀ, 5000 ਬੱਚਾ ਸੀ ਉੱਥੇ ਇਕੱਠਾ ਹੋਇਆ। ਉਹ ਕਹਿੰਦੇ ਵੈਦ ਸਾਹਿਬ ਤੁਹਾਨੂੰ ਇੱਕੋ ਗੱਲ ਪੁੱਛਣੀ ਆ ਵੀ ਜਿਹੜੇ ਬੱਚੇ ਬਾਹਰ ਜਾਂਦੇ ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ? ਮੈਂ ਕਿਹਾ ਵੀ ਆਪਣੇ ਬਲਬੂਤੇ 'ਤੇ ਬਾਹਰ ਜਾਇਓ, 7.5 ਬੈਂਡ, 6 ਬੈਂਡ, 7 ਬੈਂਡ, 8 ਬੈਂਡ ਲਓ। ਤੁਸੀਂ ਕਾਹਨੂੰ ਕਿਸੇ 'ਤੇ ਵਿਸ਼ਵਾਸ ਕਰਦੇ ਹੋ? 8 ਬੈਂਡ ਲੈ ਕੇ ਬਾਹਰ ਜਾਓ, ਪੂਰੀ ਦੁਨੀਆ 'ਚ ਤੁਸੀਂ ਜਾ ਸਕਦੇ ਹੋ। ਕਿਹੜਾ ਕੰਮ ਆ ਦੁਨੀਆ ਦਾ ਤੁਸੀਂ ਕਿਉਂ ਨਹੀਂ ਕਰ ਸਕਦੇ? ਪਰ ਜੇ ਤੁਸੀਂ ਕਿਸੇ ਦੇ ਪੈਸੇ ਲਵਾ ਕੇ ਬਾਹਰ ਜਾਣਾ ਗਾ, ਫਿਰ ਉਹਦੀ ਕਦਰ ਕਰੋ। ਜਿਹਨੇ ਤੁਹਾਨੂੰ ਬਾਹਰ ਲਿਆਂਦਾ ਫਿਰ ਉਹਦੀ ਕਦਰ ਕਰੋ। ਅੱਜ ਸਾਡੇ ਰਿਸ਼ਤੇ, ਅਸੀਂ ਕੈਨੇਡਾ, ਅਮਰੀਕਾ, ਜੋਧਾ ਬੈਠਾ, ਪੂਰਾ ਵਰਲਡ ਘੁੰਮੇ ਆ। ਔਰ ਮੈਂ ਇਸ ਕਰਕੇ ਵੀ ਲੋਕਾਂ ਨੂੰ ਇਹ ਕਹਿਣਾ, ਲੋਕ ਪੈਸੇ ਬੜੇ ਇਕੱਠੇ ਕਰਦੇ ਆ। ਥਾਈਲੈਂਡ ਜਾਣਾ ਇਕੱਲੇ ਜਾਣਾ, ਕਾਹਦੇ ਵਾਸਤੇ ਇਕੱਲੇ ਜਾਣਾ ਜੀ? ਤੁਸੀਂ ਸਮੇਤ ਪਰਿਵਾਰ ਥਾਈਲੈਂਡ, ਯੂਰਪ, ਪੂਰਾ ਵਰਲਡ ਅਸੀਂ ਆਪ ਘੁੰਮੇ ਆ, ਬੱਚੇ ਲੈ ਕੇ ਸਾਰੀ ਛੋਟੇ ਅਸੀਂ ਯੂਰਪ 'ਚ ਘੁੰਮਦੇ ਰਹੇ ਹਾਂ। ਉਹਦੇ ਨਾਲ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਕਿਉਂ ਵੱਧਦੀ ਹੈ? ਵੀ ਲੋਕਾਂ ਦੀ ਜ਼ਿੰਦਗੀ ਕਿਉਂ, ਲੋਕ ਕਿਵੇਂ ਜਿਉਂਦੇ ਆ ਅਤੇ ਕਿਵੇਂ ਜਿਉਣਾ ਚਾਹੀਦਾ। ਅਸੀਂ ਕਿੱਥੇ ਪਿੱਛੇ ਰਹਿ ਗਏ? ਅੱਜ ਲੋਕਾਂ ਕੋਲ ਪੈਸਾ ਬਹੁਤ ਆ, ਪਰ ਪਿਓ ਪੁੱਤ ਦੀਆਂ ਦੂਰੀਆਂ ਜਿਹੜੀਆਂ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਪਿਓ ਪੁੱਤ ਨਾਲ ਨਹੀਂ ਬੋਲਦਾ।
ਬੇਟਾ ਜਿਹੜਾ ਉਹ ਆਪਦੇ ਦੋਸਤਾਂ ਨਾਲ ਗੱਲ ਸ਼ੇਅਰ ਕਰ ਰਿਹਾ, ਜੇ ਉਹਨੇ ਸ਼ਰਾਬ ਪੀਣੀ ਹੈ, ਪੈਗ ਲਾਉਣਾ, ਘਰੇ ਬਹਿ ਕੇ ਲਾਵੇ, ਸਾਡੇ ਸਾਹਮਣੇ ਲਾਵੇ ਨਾ ਜੇ ਲਾਉਣਾ। ਤੇ ਸਾਨੂੰ ਪਤਾ ਹੋਵੇ ਜੇ ਉਹ ਰਾਤ ਨੂੰ ਜ਼ਿਆਦਾ ਪੀ ਲੂਗਾ ਤੇ ਮੈਂ ਉਹਨੂੰ ਸੰਭਾਲ ਸਕਦਾ ਆਪਦੇ ਘਰੇ ਬੈਠਾ। ਅੱਜ ਹਜ਼ਾਰਾਂ ਬੰਦੇ ਨੇ ਜਿਹੜੇ ਸ਼ਰਾਬ ਬਾਹਰ ਪੀਂਦੇ ਆ, ਕਿਹਦੇ ਨਾਲ ਪੀ ਰਹੇ? ਹਜ਼ਾਰਾਂ ਬੰਦਿਆਂ ਦੀ ਮੌਤ ਹੋ ਗਈ। ਹਜ਼ਾਰਾਂ ਬੰਦੇ ਆਪਣੀ ਸਟ੍ਰੈਸ ਲੈਵਲ ਨੂੰ ਉਤਾਰਨ ਵਾਸਤੇ ਨਸ਼ਾ ਕਰ ਰਹੇ ਆ। ਹਜ਼ਾਰਾਂ ਬੰਦੇ ਆ ਜਿਹੜੇ ਸੈਕਸ ਦੀ ਲਾਈਫ ਨੂੰ ਵਧਾਉਣ ਵਾਸਤੇ ਨਸ਼ਾ ਕਰ ਰਹੇ ਆ, ਸੈਕਸ ਦੀਆਂ ਟਾਈਮਿੰਗਸ ਨੂੰ ਵਧਾਉਣ ਵਾਸਤੇ, ਕਿਉਂਕਿ ਉਹਨਾਂ ਮੋਹ ਜਿਹੜਾ ਮਾਂ ਪਿਓ, ਭੈਣ ਭਰਾ ਤੇ ਘਰ ਵਾਲੀ ਤੋਂ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ। ਫਿਰ ਉਹ ਕਿਤੇ ਨਾ ਕਿਤੇ ਟਟੋਲਦਾ। ਔਰ ਕੁਦਰਤ ਕਹਿੰਦੀ ਆ ਪਹਾੜ 'ਤੇ ਪਾਣੀ ਕਦੇ ਨਹੀਂ ਖੜਦਾ, ਟੋਆ ਪੱਟ ਦੋ ਤੇ ਪਾਣੀ ਭਰ ਜਾਂਦਾ। ਖਾਲੀ ਜਗ੍ਹਾ ਜੇ ਰਹਿ ਗਈ ਤੇ ਉਹਨੂੰ ਕਿਸੇ ਨਾ ਕਿਸੇ ਨੇ ਭਰ ਦੇਣਾ। ਕੋਸ਼ਿਸ਼ ਤੁਸੀਂ ਕਰਨੀ ਹੈ ਕਿ ਤੁਸੀਂ ਤੁਹਾਡੇ ਬੱਚੇ ਦੇ ਅੰਦਰ ਖਾਲੀ ਜਗ੍ਹਾ ਕਦੇ ਰਹੇ ਨਾ, ਤਾਂ ਕਿ ਉਹਨੂੰ ਕੋਈ ਹੋਰ ਭਰ ਦੇਵੇ। ਫਿਰ ਵੱਡਾ ਸਵਾਲ ਇਹੀ ਹੈ ਜੀ ਵੈਦ ਸਾਹਿਬ, ਜਾਂਦੇ ਜਾਂਦੇ ਸਾਨੂੰ ਇਹ ਦੱਸੋ ਕਿ ਸਮੱਸਿਆਵਾਂ ਬਹੁਤ ਨੇ, ਦਿੱਕਤਾਂ ਬੜੀਆਂ ਨੇ, ਟਾਈਮ ਨਾ ਮਾਂ-ਬਾਪ ਕੋਲ ਹੈ ਨਾ ਬੱਚੇ ਕੋਲ ਪੜ੍ਹਾਈ ਦੇ ਵਿੱਚ ਵਾ, ਅਤੇ ਫਿਰ ਇਹ ਜਿਹੜਾ ਰਿਸ਼ਤਾ ਹੈਗਾ, ਜਿਹੜੀ ਬੌਂਡਿੰਗ ਹੈਗੀ ਹੈ, ਇਹਨੂੰ ਬੈਲੈਂਸ ਕਿਵੇਂ ਕੀਤਾ ਜਾਵੇ? ਕੀ ਤੁਹਾਡੇ ਕੋਲ ਤੁਸੀਂ ਕਿਸ ਤਰੀਕੇ ਨਾਲ ਬੈਲੈਂਸ ਕੀਤਾ ਆਪਣਾ ਸਾਰਾ ਪਰਿਵਾਰ? ਔਰ ਇਹ ਵੀ ਦੱਸੋ ਨਾਲੋਂ ਨਾਲ ਕਿ ਅਗਰ ਅਸੀਂ ਬੈਲੈਂਸ ਕਰ ਲੈਂਦੇ ਹਾਂ ਤਾਂ ਉਹਦੇ ਫਿਰ ਫਾਇਦੇ ਕੀ ਹੁੰਦੇ ਨੇ? ਦੇਖੋ ਫਰੂਕੀ ਸਾਹਿਬ, ਗੱਲ ਇਹ ਹੈ ਵੀ ਬਹੁਤ ਵੱਡੀ ਲੈਵਲ 'ਤੇ ਤਾਦਾਦ ਦੇ ਵਿੱਚ ਕਈ ਯੂਨੀਵਰਸਿਟੀਆਂ 'ਚ ਪ੍ਰੋਗਰਾਮ ਕੀਤੇ, ਉਸ ਲੜਕੀਆਂ ਨੇ ਕਿਹਾ ਕਿ ਮੇਰੇ ਤੋਂ ਖੋਹ ਕੇ ਮੇਰੇ ਫਾਦਰ ਨੇ ਮੇਰੇ ਭਰਾ ਨੂੰ ਚੀਜ਼ ਲੈਤੀ। ਕਿੱਡਾ ਵੱਡਾ ਦੁਰਕਾਰ ਹੋ ਗਿਆ। ਬੇਟੀ ਦੇ ਮਨ 'ਚੋਂ ਗੱਲ ਕਿਵੇਂ ਸਾਫ਼ ਕਰੋਗੇ? ਜਿਹੜੀਆਂ ਬੇਟੀਆਂ ਇੱਥੋਂ ਬਾਹਰ ਕੈਨੇਡਾ ਅਮਰੀਕਾ ਪੜ੍ਹਨ ਗਈਆਂ ਨੇ, ਅਸੀਂ ਪਿੱਛੋਂ ਫੋਨ ਕਰੀ ਜਾਂਦੇ ਹਾਂ, ਫੀਸ ਭਰਤੀ ਤੂੰ ਆਪਦੀ, ਤੇ ਤੇਰਾ ਭਰਾ ਇੱਥੇ ਬੈਠਾ, ਇਹਨੂੰ ਬਾਹਰ ਸੱਦਣ ਵਾਸਤੇ ਕੋਈ ਕੋਸ਼ਿਸ਼ ਕਰ। ਅਸੀਂ ਕੁੜੀ ਵੇਚੀ ਆ, 25 ਲੱਖ ਰੁਪਏ ਜਿਹਨੇ ਲਾਤਾ, ਕੁੜੀ ਨੂੰ ਬਾਹਰ ਤਾਂ ਲੈ ਗਿਆ। ਕੁੜੀ ਨੇ ਆਈਲੈਟਸ ਕਰਕੇ, ਕਿਸੇ ਨੇ ਮੇਰੇ ਤੇ ਅੱਜ ਅਸੀਂ ਸਮਾਜ ਜਾ ਕਿੱਧਰ ਨੂੰ ਰਿਹਾ। ਮੇਰੀ ਬੇਟੀ ਆਈਲੈਟਸ 'ਚ 7.5 ਬੈਂਡ ਲੈ ਗਈ। ਮੈਂ ਆਪਣੀ ਬੇਟੀ ਦੀ ਕਿਸੇ ਬੰਦੇ ਨੂੰ ਮੁੰਡਾ ਲੱਭ ਰਿਹਾ ਗਾ, ਕੀ ਮੈਂ ਆਪਣੀ ਬੇਟੀ ਨੂੰ ਇਸ ਤਾਦਾਦ ਤੱਕ ਦੇਖਿਆ ਵੀ ਪੁੱਤ ਪੈਸੇ ਜ਼ਰੂਰ ਅਗਲਾ ਲਾ ਦੂ, ਪਰ ਮਨਪਸੰਦ ਤੇਰੀ ਦਾ ਹੋਣਾ ਚਾਹੀਦਾ, ਜ਼ਿੰਦਗੀ ਤਾਂ ਉਹਦੇ ਨਾਲ ਨਿਭਾਉਣੀ ਹੈ ਨਾ। ਅਸੀਂ ਕਿਉਂ ਦੂਰੀਆਂ ਵੰਡੀਆਂ? ਔਰ ਨਾਲੇ ਅਸੀਂ ਰਹਿਣਾ, ਜਿਨ੍ਹਾਂ ਲੋਕਾਂ ਨੇ ਕਾਰਾਂ ਗੱਡੀਆਂ ਮੰਗ ਕੇ ਲਈਆਂ ਦਾਜ ਦੇ ਵਿੱਚ, ਅੱਜ ਉਹਨਾਂ ਦੀਆਂ ਘਰ ਵਾਲੀਆਂ ਮਿਹਣੇ ਮਾਰਦੀਆਂ ਵੀ ਕਾਰ ਦੇ ਕੇ ਵਿਆਹ ਕੇ ਆਈਆਂ, ਉੱਚੀ ਆਵਾਜ਼ 'ਚ ਨਾ ਬੋਲੀ, ਸਾਹ ਦੇ ਸੱਤੂ ਪੀਜੂ ਤੇਰੇ। ਅਤੇ ਅਸੀਂ ਡਾਂਗਾ ਖਾਣ ਦੇ ਕੰਮ ਆਪ ਕੀਤੇ ਆ। ਜੇ ਅਸੀਂ ਆਪਣੇ ਬੇਟੇ ਨੂੰ ਇੰਨਾ ਕੈਪੇਬਲ ਬਣਾ ਦਈਏ, ਮੈਂ ਆਪਣੀ ਬੇਟੀ ਦੀ ਗੱਲ ਕਰਦਾ, ਮੇਰੀ ਬੇਟੀ ਪੜ੍ਹ ਗਈ, ਐਡਮਿਸ਼ਨ ਲਈ ਅਮਰੀਕਾ। ਐਡਮਿਸ਼ਨ ਤੋਂ ਬਾਅਦ ਉਹ ਕਹਿੰਦੀ ਪਾਪਾ ਮੇਰਾ ਵੀਜ਼ਾ ਲਵਾਉਣਾ ਗਾ, ਚਲੋ ਚੱਲੀਏ। ਜੇ ਅਸੀਂ ਐਫਰਟਸ ਕੀਤੇ ਉਹਦਾ ਵੀਜ਼ਾ ਲੱਗ ਗਿਆ, ਕੋਈ ਮੁੰਡਾ ਨਹੀਂ ਦੇਖਿਆ, ਕਿਸੇ ਤੋਂ ਪੈਸੇ ਨਹੀਂ ਲਵਾਏ। 10 ਸਾਲ ਦਾ ਉਹਨੂੰ ਪਹਿਲੀ ਅਮਰੀਕਾ ਨੇ ਵੀਜ਼ਾ ਦਿੱਤਾ ਸਟੂਡੈਂਟ ਦੇ ਵਿੱਚ, ਅਤੇ 10 ਸਾਲ ਦਾ ਵੀਜ਼ਾ ਲੈ ਕੇ ਅਮਰੀਕਾ ਚਲੀ ਗਈ। ਉਹੋ ਜਿਹੇ ਮੁੰਡੇ ਲੱਭ ਗਏ, ਜਦੋਂ ਤੁਸੀਂ ਬੈਠੇ ਅਮਰੀਕਾ ਚਾਹੋਗੇ ਆਪਣੀ ਮਨਪਸੰਦ ਦਾ ਵਿਆਹ ਕਰਾ ਲਿਓ। ਜਦੋਂ ਅਸੀਂ ਇੱਥੇ ਬੈਠੇ ਦੇਖ ਰਹੇ ਹਾਂ, ਅੱਜ ਸਾਡੀਆਂ ਹਜ਼ਾਰਾਂ ਬੇਟੀਆਂ ਨਾਲ ਮੇਰੀ ਗੱਲ ਹੋਈ ਹੈ ਜਿਨ੍ਹਾਂ ਦੀ ਮੱਤ ਨਹੀਂ ਮਿਲ ਰਹੀ, ਕਲੇਸ਼ ਨੇ। ਔਰ ਖਾਸ ਕਰਕੇ ਦੁਨੀਆ ਭਰ ਤੋਂ ਜਿਹੜੇ ਫੋਨ ਆਉਂਦੇ ਆ, ਆਪਾਂ ਕੈਮਰੇ ਮੂਹਰੇ ਨਹੀਂ ਦੱਸ ਸਕਦੇ ਜਿਹੜੀ ਸਟੇਜ ਤੋਂ ਅੱਜ ਲੋਕ ਲੰਘ ਰਹੇ ਆ। ਇਹੋ ਜਿਹੀਆਂ ਵੀ ਕੁੜੀਆਂ ਦੇ ਫੋਨ ਆਏ ਆ ਜਿਹੜੀਆਂ ਕਹਿੰਦੀਆਂ ਜੀ ਪੈਸੇ ਲਾ ਕੇ ਮੈਂ ਆਈ ਹਾਂ ਇੱਥੇ, ਇਹਨੇ ਪੈਸੇ ਖਰਚਦੇ ਸੀਗੇ, ਪਰ ਮੈਂ ਇਹਨੂੰ ਕੈਨੇਡਾ ਦਿਖਾਇਆ, ਜੇ ਮੇਰੇ ਆਈਲੈਟਸ ਦੇ ਬੈਂਡ ਸੀ ਤਾਈਓ ਮੈਂ ਲੈ ਕੇ ਆਈ ਹਾਂ ਨਾ ਇਹਨੂੰ। ਅਤੇ ਅੱਜ ਮੈਨੂੰ ਕਹਿੰਦਾ ਵੀ ਜੇ ਮੈਂ ਤੇਰੇ 'ਤੇ 25 ਲੱਖ ਨਾ ਖਰਚਿਆ ਹੁੰਦਾ, ਤੂੰ ਕੈਨੇਡਾ ਵੜ ਕੇ ਦਿਖਾਉਂਦੀ। ਗਲਤੀ ਕਿਹਦੀ ਸੀਗੀ ਅਤੇ ਭੁਗਤ ਕੌਣ ਰਿਹਾ ਗਾ? ਇਹ ਦੂਰੀਆਂ ਕਿਹਨੇ ਕਰਨੀਆਂ ਸੀ ਦੂਰ ਜੀ? ਪਰ ਜਦੋਂ ਅਸੀਂ ਆਪਣੇ ਬੱਚੇ ਨੂੰ ਆਪ ਦਾ ਜਿਗਰ ਦਾ ਟੁਕੜਾ ਸਮਝਦੇ ਹਾਂ, ਜਦੋਂ ਅਸੀਂ ਇਹ ਸਮਝਦੇ ਵੀ ਨਾ 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 ਨਾ, ਤਾਂ ਅਸੀਂ ਉਹਦੇ 'ਤੇ ਕੋਈ ਮਾੜਾ ਜੀ ਖਰੋਚ ਲਾ ਦੇ ਤਾਂ ਅਸੀਂ ਮਾਰਨ ਤੱਕ ਜਾਂਦੇ ਹਾਂ। ਤਾਂ ਅਸੀਂ ਉਹਨੂੰ ਤੱਤੀ ਹਵਾ ਨਹੀਂ ਲੱਗਣ ਦਿੰਦੇ, ਅਤੇ ਫਿਰ ਐਡਾ ਵੱਡਾ ਡਿਸੀਜਨ ਕਿਵੇਂ ਲੈ ਸਕਦੇ ਹਾਂ? ਔਰ ਖਾਸ ਕਰਕੇ ਜਿੱਥੇ ਗ੍ਰਸਤੀ ਜ਼ਿੰਦਗੀ, ਜਿੱਥੋਂ ਉਹਦੀ ਪਹਿਲੀ ਪੌੜੀ ਸ਼ੁਰੂ ਹੋਣੀ ਹੈ ਜ਼ਿੰਦਗੀ ਦੀ, ਉੱਥੇ ਆ ਕੇ ਕਿਵੇਂ ਚੂਕ ਗਿਆ ਸੀ। ਇਹ ਵੀ ਕਿਤੇ ਨਾ ਕਿਤੇ ਅੱਗੇ ਦਾਦੀਆਂ ਦਾ ਰੋਲ ਸੀਗਾ। ਅੱਜ ਘਰਾਂ 'ਚ ਦਾਦੀਆਂ ਤਾਂ ਖੂੰਜੇ ਲਾਈਆਂ ਬੈਠੀਆਂ ਨੇ। ਸਾਡੇ ਕਿਹੋ ਜਿਹੇ ਅਸੀਂ ਬੱਚੇ ਪੈਦਾ ਕਰਤੇ, ਕਿਹੋ ਜਿਹੀ ਔਲਾਦ ਪੈਦਾ ਕਰਤੀ, ਜਿਹੜੀ 70 ਸਾਲ ਦੀ ਮਾਤਾ ਕਹਿੰਦੀ ਆ ਵੀ ਪੁੱਤ ਮੇਰਾ ਤਜਰਬਾ ਰਿਹਾ ਗਾ ਜ਼ਿੰਦਗੀ ਕਿਵੇਂ ਜਿਉਣੀ ਹੈ। ਮੈਂ ਤੁਹਾਨੂੰ ਇੱਕ ਸਿੰਪਲ ਉਦਾਹਰਨ ਦੇਵਾਂ। ਮੈਂ ਇੱਕ ਸੈਮੀਨਾਰ 'ਤੇ ਗਿਆ, ਉੱਥੇ ਮੈਂ ਕਿਹਾ ਵੀ ਜਿੰਨੇ ਗ੍ਰਸਤੀ ਬੰਦੇ ਹੋ ਬਾਹਾਂ ਖੜੀਆਂ ਕਰੋ। ਸਾਰੇ ਗ੍ਰਸਤੀ ਸੀਗੇ। ਮੈਂ ਕਿਹਾ ਵੀ ਇੰਟਰਕੋਰਸ ਤੋਂ ਬਾਅਦ ਪਾਣੀ ਨਹੀਂ ਪੀਣਾ। ਉਹ ਕਹਿੰਦੇ ਵੈਦ ਸਾਹਿਬ ਸਾਨੂੰ ਤਾਂ ਅੱਜ ਤੱਕ ਦੱਸਿਆ ਹੀ ਨਹੀਂ ਕਿਸੇ ਨੇ। ਮੈਂ ਕਿਹਾ ਤੁਹਾਡੇ ਮਾਂ-ਬਾਪ ਹੈਗੇ ਆ? ਕਿਸੇ ਨੇ ਕਿਹਾ ਜੀ ਮੇਰੇ ਮਾਂ-ਬਾਪ ਹੈਗੇ ਆ ਪਰ ਮੇਰੇ ਨਾਲ ਨਹੀਂ ਰਹਿੰਦੇ। ਕਿਸੇ ਨੇ ਕਿਹਾ ਮੇਰੀ ਦਾਦਾ ਦਾਦੀ ਹੈਗੇ, ਮੇਰੇ ਨਾਲ ਨਹੀਂ ਰਹਿੰਦੇ। ਮੈਂ ਜਾਣਦਾ ਵੀ ਜਿੱਦਾਂ ਮੇਰਾ ਵਿਆਹ ਹੋਇਆ ਤਾਂ ਮੇਰੇ ਘਰਦਿਆਂ ਨੇ ਮੈਨੂੰ ਸਮਝਾਇਆ ਵੀ ਗ੍ਰਸਤ ਤੋਂ ਬਾਅਦ ਗਰਮ ਦੁੱਧ ਪੀਣਾ, ਪਰ ਅੱਜ ਹਜ਼ਾਰਾਂ ਬੰਦੇ ਇਕੱਲੇ ਪਾਣੀ ਪੀਣ ਕਰਕੇ ਨਮਰਦ ਹੋ ਗਏ ਜੀ, ਕਿਉਂਕਿ ਸਾਨੂੰ ਉਹਦੀ ਸਮਝ ਨਹੀਂ ਸੀ। ਅਤੇ ਜਿਹਨੇ ਸਮਝ ਦੇਣੀ ਸੀ ਉਹਨੂੰ ਅਸੀਂ ਖੂੰਜੇ 'ਤੇ ਬਿਠਾਇਆ ਹੋ ਵੀ ਤੈਨੂੰ ਮੱਤ ਘੱਟ ਆ ਅਤੇ ਤੈਨੂੰ ਅਕਲ ਘੱਟ ਆ। ਜਿਸ ਬੰਦੇ ਦਾ ਤਜਰਬਾ, ਮੈਂ ਆਪਣੇ ਦਾਦਾ ਜੀ ਤੋਂ ਜਿਹੜਾ ਤਜਰਬਾ ਲਿਆ, ਉਹ ਕਹਿੰਦਾ ਪੁੱਤ ਮੇਰਾ 100 ਸਾਲ ਦਾ ਤਜਰਬਾ ਤੇਰੇ ਨਾਲ ਤੁਰਦਾ।
ਅੱਜ ਜਿੰਨਾ ਬਜ਼ੁਰਗਾਂ ਦੇ ਤਜਰਬੇ ਸੀਗੇ, ਇਹ ਗੱਲ ਦੂਰੀ ਹੋ ਸਕਦੀ ਹੈ ਵੀ ਮਾਂ-ਬਾਪ ਨੇ ਆਪਣੀ ਸ਼ਕਤੀ ਪ੍ਰਦਰਸ਼ਨ ਕਰਕੇ ਤੁਹਾਡੇ 'ਚ ਦੂਰੀਆਂ ਪੈਦਾ ਕਰਤੀਆਂ ਹੋਣ, ਪਰ ਉਹਨਾਂ ਨੂੰ ਨੇੜਤਾ ਕਰਨੀ ਕਿਵੇਂ ਹੈ? ਜਿੱਥੇ ਪਿਓ ਦਾ ਗੁੱਸਾ ਜ਼ਿਆਦਾ ਉੱਥੇ ਬੱਚਿਆਂ ਨੂੰ ਚਾਹੀਦਾ, ਜਿੱਥੇ ਬੱਚਿਆਂ ਦਾ ਗੁੱਸਾ ਜ਼ਿਆਦਾ ਉੱਥੇ ਮਾਂ-ਪਿਓ ਨੂੰ ਚਾਹੀਦਾ। ਦੋਸਤ ਬਣ ਕੇ ਹੀ ਤੁਸੀਂ ਗੁਜ਼ਾਰਾ ਕਰ ਸਕਦੇ ਹੋ। ਨਹੀਂ ਅੱਜ ਮਾਂ-ਬਾਪ ਤੇ ਬੱਚਿਆਂ 'ਚ ਕਿਉਂ ਦੂਰੀਆਂ ਵੱਧ ਰਹੀਆਂ ਨੇ, ਔਰ ਉਸ ਚੀਜ਼ ਦਾ ਫਾਇਦਾ ਲੋਕਾਂ ਨੇ ਉਠਾਇਆ। ਸਾਡੇ ਲੋਕਾਂ 'ਚ ਉਨਾ ਪ੍ਰੇਮ ਕਿਉਂ ਘਟ ਗਿਆ, ਦੂਰੀਆਂ ਕਿਉਂ ਵੱਧ ਗਈਆਂ? ਕਿਉਂਕਿ ਅਸੀਂ ਆਪਣਿਆਂ ਨਾਲੋਂ ਦੂਜਿਆਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਵੈਦ ਜੀ, ਤੁਹਾਡਾ ਕਹਿਣ ਦਾ ਮਤਲਬ ਸਿੱਧਾ ਇਹੋ ਹੈ ਕਿ ਜੇਕਰ ਅਸੀਂ ਆਪਣੀ ਸ਼ੇਅਰਿੰਗ ਹੈਗੀ ਹੈ ਆਪਣੇ ਪਿਓ ਨਾਲ ਕਰਨ, ਕੁੜੀਆਂ ਆਪਣੀ ਮਾਂ ਨਾਲ ਸ਼ੇਅਰਿੰਗ ਕਰਨ, ਦਿਲੋਂ ਸ਼ੇਅਰ ਕਰਨ, ਆਪਣੀ ਗੱਲਬਾਤ ਸਾਂਝੀ ਕਰਨ, ਤਾਂ ਸਾਡੇ ਘਰ ਦੇ ਵਿੱਚੋਂ, ਸਾਡੇ ਸਰੀਰ ਦੇ ਵਿੱਚੋਂ ਤੁਸੀਂ ਕਹਿ ਰਹੇ ਹੋ ਕਿ 70-80% ਰੋਗ ਜਿਹੜੇ ਵੈਸੇ ਹੀ ਦੂਰ ਹੋ ਜਾਂਦੇ ਨੇ। ਫਿਰ ਇਹਦਾ ਮਤਲਬ ਤਾਂ ਇਹ ਬਣਿਆ ਤੁਹਾਡੀ ਸਾਰੀ ਗੱਲਬਾਤ ਦੇ ਵਿੱਚੋਂ ਤਾਂ ਇਹ ਨਿਕਲ ਕੇ ਸਾਹਮਣੇ ਆਇਆ। ਫਰੂਕੀ ਜੀ, ਇੱਕ ਵਾਰੀ ਨਾ ਆਪਾਂ ਇੰਟਰਵਿਊ ਕੀਤੀ ਸੀਗੀ, ਉਹ ਇੰਟਰਵਿਊ 'ਚ ਨਾ ਬੜੇ ਲੋਕਾਂ ਨੇ ਇੱਕੋ ਗੱਲ ਤੋਂ ਚੱਕ ਕੇ ਬੜੇ ਫੋਨ ਮੈਨੂੰ ਕੀਤੇ ਵੀ ਅੱਗੇ ਇੱਕ ਘਰ ਦੇ ਨਾਲ ਗੁਆਂਢੀ ਹੁੰਦੇ ਸੀ, ਪਰ ਅੱਜ ਇੱਕ ਘਰ ਦੇ ਵਿੱਚ ਕਿੰਨੇ ਗੁਆਂਢੀ ਆ? ਅੱਜ ਸੋਚਣ ਵਾਲੀ ਗੱਲ ਇਹ ਹੈ, ਜੇ 4 ਜਾਣੇ ਆ ਘਰ 'ਚ ਤੇ 4 ਬੈਡਰੂਮ ਨੇ ਤੇ 4ਾਂ ਦੇ ਅੱਡ ਉਹ ਗੁਆਂਢੀ ਬਣ ਗਏ। ਅਸੀਂ ਇਕੱਠੇ ਬਹਿਣਾ ਛੱਡਤਾ, ਅਸੀਂ ਇਕੱਠੇ ਬਹਿ ਕੇ ਰੋਟੀ ਖਾਣੀ ਛੱਡਤੀ, ਅਸੀਂ ਇਕੱਠੇ ਗੱਲ ਸ਼ੇਅਰ ਕਰਨੀ ਛੱਡਤੀ। ਕੁੜੀਆਂ ਦਾ ਇੱਕ ਮੈਂ ਸੈਮੀਨਾਰ ਕਰਨ ਗਿਆ ਜੀ, ਉੱਥੇ ਕੁੜੀਆਂ ਨੇ ਸਟੇਜ 'ਤੇ ਖੜ੍ਹ ਕੇ, ਜਦੋਂ ਪ੍ਰੋਗਰਾਮ ਹੋਇਆ, ਸਕੂਲ ਦਾ ਪ੍ਰੋਗਰਾਮ ਸੀਗਾ, ਕਾਲਜ ਦਾ, ਅਤੇ ਕਾਲਜ ਦੇ ਵਿੱਚ ਕੁੜੀਆਂ ਕਹਿੰਦੀਆਂ ਜੀ ਮੇਰਾ ਜਿਹੜਾ ਬॉयਫ੍ਰੈਂਡ ਆ ਬੜਾ ਕੇਅਰਿੰਗ ਆ। ਮੈਂ ਕਿਹਾ ਜੀ ਉਹ ਕਿਵੇਂ? ਕਹਿੰਦੀ ਜੀ ਦੇਖੋ, ਸਵੇਰੇ ਜਦੋਂ ਮੈਂ ਕਾਲਜ ਜਾਂਦੀ ਹਾਂ ਉਦੋਂ ਮੈਨੂੰ ਛੱਡਣ ਆਉਂਦਾ। ਮੈਂ ਕਿਹਾ ਅੱਛਾ ਜੀ। ਜਦੋਂ ਮੈਂ ਸ਼ਾਮ ਨੂੰ ਜਾਂਦੀ ਹਾਂ ਫਿਰ ਮੈਨੂੰ ਲੈਣ ਆਉਂਦਾ। ਫਿਰ ਕਹਿੰਦੇ ਸਾਰਾ ਦਿਨ ਮੇਰਾ ਆਤਾ ਪਤਾ ਲੈਂਦਾ ਰਹਿੰਦਾ। ਮੈਂ ਕਿਹਾ ਛੋਟੀ ਏ ਭੈਣੇ ਮੇਰੀ ਏ, ਚਾਹੇ ਮੇਰੀ ਬੇਟੀ ਵਰਗੀਆਂ ਤੋਂ, ਉਹ ਵਿਹਲਾ, ਉਹ ਸਾਰੀ ਦਿਹਾੜੀ ਇਸੇ ਤਾਕ 'ਚ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇਰੀ ਚੌਂਕੀਦਾਰੀ ਕਰਦਾ, ਅਤੇ ਵਿਆਹ ਤੋਂ ਬਾਅਦ ਤੈਨੂੰ ਕਮਾ ਕੇ ਕੀ ਖਵਾ ਦੂਗਾ। ਜਿੱਦਾਂ ਕੁੜੀਆਂ ਨੂੰ, ਸਾਡੀਆਂ ਬੇਟੀਆਂ ਨੂੰ ਇਹ ਗੱਲ ਸਮਝ ਲੱਗ ਗਈ ਵੀ ਪੈਸੇ ਦੀ ਕੀ ਕਦਰ, ਇੱਥੇ ਕੰਮ ਨਹੀਂ ਨਾ ਹੋ ਰਿਹਾ, ਚੱਲ ਕੇ ਦੇਖੋ ਕੈਨੇਡਾ, ਅਮਰੀਕਾ, ਤੁਹਾਨੂੰ ਦਿਖਾਈਏ ਵੀ ਕੰਮ ਕਿਵੇਂ ਕਰ ਰਹੀਆਂ ਸਾਡੀਆਂ ਬੇਟੀਆਂ। ਔਰ ਸਾਡੇ ਲੋਕ ਜਿਹੜੇ ਨੇ ਉਹ ਕੰਮ ਕਰਕੇ ਕਿਰਤੀ ਲੋਕ ਸੀਗੇ, ਕਿਉਂ ਤਰੱਕੀ ਕਰ ਰਹੇ ਆ? ਸਾਡੇ ਇੱਥੋਂ ਦੇ ਗਏ ਪੜ੍ਹਨ ਬੱਚੇ ਅੱਜ ਕਿੱਡੀਆਂ ਗੱਡੀਆਂ, ਕਾਰਾਂ, ਟਰਾਲੇ, ਉਹਨਾਂ ਕੋਲੇ ਕਿੱਡੇ ਘਰ ਕਿਵੇਂ ਬਣਾਏ ਉਹਨਾਂ ਨੇ? ਉਹਨਾਂ ਦੀਆਂ ਮਿਹਨਤਾਂ ਦਾ ਸਦਕਾ। ਉਹਨਾਂ ਦੀ ਮਿਹਨਤ ਦੇ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਲੋਕ ਜਿਨ੍ਹਾਂ ਨੂੰ ਕਿਰਤ ਸਮਝ ਲੱਗ ਗਈ, 18 ਘੰਟੇ ਟਰਾਲਾ ਚਲਾ ਕੇ ਆਪਣੇ ਪਰਿਵਾਰ ਨੂੰ ਪਾਲਦੇ ਆ, ਉਹਨਾਂ ਨੂੰ ਵੀ ਸਲੂਟ ਹੈ। ਜਿੱਥੇ ਉਹਨਾਂ ਨੂੰ ਸਲੂਟ ਹੈ, ਉੱਥੇ ਜਿਹੜੇ ਬੱਚੇ, ਮਾਂ-ਬਾਪ, ਦੋਸਤ, ਮਿੱਤਰ, ਯਾਰ ਬਣ ਗਏ, ਉਹਨਾਂ ਨੂੰ ਵੀ ਸਲੂਟ ਹੈ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪਹਿਲੇ ਦਿਨ ਤੋਂ ਉਂਗਲ ਲੈ ਕੇ। ਅੱਜ ਤੁਸੀਂ ਦੇਖੋ, ਜਿਹੜਾ ਬੰਦਾ ਨਸ਼ਾ ਕਰ ਰਿਹਾ, ਜੇ ਉਹਦੇ ਫਾਦਰ ਕਹਿੰਦੇ ਤੂੰ ਨਸ਼ਾ ਕਰਕੇ ਆਇਆ, ਉਹ ਕਹਿੰਦਾ ਪਾਪਾ ਤੁਹਾਨੂੰ ਜੀਂਦਾ ਠੀਕ ਨਹੀਂ, ਨਾਲੇ ਬੋਲੀ ਜਾਂਦਾ ਨਸ਼ੇ 'ਚ, ਘਰ ਦੇ ਉਹਨੂੰ ਸਮਝ ਨਹੀਂ ਲੱਗਦੀ। ਪਰ ਜਿਹੜੇ ਬਾਪ ਨੇ ਛੋਟੇ ਹੁੰਦੇ ਉਂਗਲ ਫੜ ਕੇ ਤੈਨੂੰ ਤੋਰਨਾ ਸਿਖਾਇਆ, ਪੁੱਤ ਉਹ ਤਾਂ ਤੇਰੀ ਤੋਰ ਦੇਖ ਕੇ ਦੱਸ ਦਿੰਦਾ ਗਾ ਵੀ ਤੇਰੀ ਤੋਰ ਠੀਕ ਨਹੀਂ ਹੈਗੀ। ਉਹ ਦੂਰੀਆਂ ਜਿਹੜੀਆਂ ਸੀਗੀਆਂ, ਕਿਉਂ ਬੱਚੇ ਨਸ਼ੇ 'ਚ ਚਲੇ ਗਏ? ਨਹੀਂ ਕੰਮ, ਬੇਰੁਜ਼ਗਾਰੀ ਬਹੁਤ ਹੈ, ਜਿਹਨਾਂ ਕੋਲ ਨਹੀਂ ਕੰਮ। ਜੇ ਮੈਂ ਕੰਮ ਕਰ ਰਿਹਾ ਤਾਂ ਮੇਰਾ ਧਰਮ ਆ, ਜੇ ਬੇਟਾ ਮੇਰਾ ਘਰੇ ਆ, ਮੈਂ ਉਹਨੂੰ ਕੋਈ ਤਾਂ ਕੰਮ ਦੇਵਾਂ ਨਾ, ਕੋਈ ਤਾਂ ਉਹਨੂੰ ਗੱਲ ਸਮਝਾਵਾਂ ਨਾ ਵੀ ਪੁੱਤ ਤੂੰ ਨਹੀਂ ਕੰਮ ਕਰ ਸਕਦਾ, ਤੂੰ ਕੰਮ ਸਿੱਖਣ ਲੱਗ ਜਾ। ਪਰ ਜਿਹੜੀ ਉਹ ਵਿਹਲਾ ਗਾ, ਨਹੀਂ ਦੂਰ ਰਹਿ ਰਿਹਾ, ਜੇ ਅਸੀਂ ਉਹਨੂੰ ਕਹਾਂਗੇ ਤੇਰੇ 'ਤੇ ਮੈਂ ਪੈਸੇ ਇਨਵੈਸਟ ਕੀਤੇ, ਨਾ ਕਰਦੇ। ਜੇ ਅਸੀਂ ਉਹਨੂੰ ਕਹਿੰਦੇ, ਔਰ ਮੈਂ ਇਹੋ ਜਿਹੇ ਵੀ ਮਾਂ-ਬਾਪ ਨੂੰ ਜਾਣਦਾ ਜਿਹੜੇ ਇੱਥੇ ਆ ਕੇ ਕਹਿੰਦੇ ਵੀ ਬਾਈ ਸਾਹਿਬ ਇਹ ਤਾਂ ਮੈਨੂੰ ਇਹ ਗੱਲ ਕਹਿ ਦਿੰਦਾ ਗਾ ਵੀ ਮੈਂ ਤੁਹਾਨੂੰ ਕਿਹਾ ਸੀ ਜੰਮਣ ਵਾਸਤੇ, ਤਾਂ ਉਹਦੇ ਅੰਦਰ ਕਿੰਨੀ ਕੁ ਦੂਰੀ ਹੋਊਗੀ ਬੱਚੇ ਦੇ ਅੰਦਰ? ਕੀ ਉਹ ਤੋਂ ਸਤਿਕਾਰ ਭਾਲਦੇ ਹੋ? ਜੇ ਦੂਰੀਆਂ ਵੱਧਦੀਆਂ ਨੇ, ਨੇੜੇ ਆਪਾਂ ਜਿੰਨਾ ਮਰਜ਼ੀ ਲਾ ਲਈਏ। ਜੀ ਬਹੁਤ ਬਹੁਤ ਸ਼ੁਕਰੀਆ ਜੀ ਵੈਦ ਜੀ, ਔਰ ਤਰੁਣਪ੍ਰੀਤ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਦੋਵਾਂ ਪਿਓ ਪੁੱਤ ਦਾ ਅੱਜ ਤੁਹਾਡੇ ਨਾਲ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ, ਕਿਸ ਤਰੀਕੇ ਨਾਲ ਜਿਹੜੀ ਇੱਕ ਸਾਰਥਕ ਐਜੂਕੇਸ਼ਨ ਹੈਗੀ ਹੈ ਜ਼ਿੰਦਗੀ ਸਮਝਾਉਣ ਦੀ, ਖਾਸ ਕਰਕੇ ਸੈਕਸ ਲਾਈਫ ਵਾਲੇ ਪਾਸੇ ਅਸੀਂ ਕਿਵੇਂ ਆਪਣੇ ਬੱਚੇ ਦਾ ਜਿਹੜਾ ਬਚਾਅ ਕਰ ਸਕਦੇ ਹਾਂ, ਕਿਵੇਂ ਉਹਦਾ ਆਰਥਿਕ ਸ਼ੋਸ਼ਣ ਹੋਣ ਤੋਂ ਬਚਾ ਸਕਦੇ, ਤੁਹਾਡੇ ਨਾਲ ਸਾਂਝੀ ਕੀਤੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਫਿਰ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਆਪਣਾ ਉਹ ਸਵਾਲ ਤੁਸੀਂ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਵੈਦ ਜਗਦੀਪ ਸਿੰਘ ਹੋਰਾਂ ਤੋਂ ਉਸ ਤੁਹਾਡੇ ਸ਼ੰਕੇ ਦਾ, ਤੁਹਾਡੇ ਸਵਾਲ ਦਾ ਜਿਹੜਾ ਉਹ ਜਵਾਬ ਲੈ ਸਕੀਏ। ਧੰਨਵਾਦ।